ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਆਖਿਰ ਸਿੱਖ ਕੌਮ ਨੂੰ ਕੌਣ ਹੈ ਜੋ ਢਾਹ ਲਾ ਰਿਹਾ ਹੈ? ਕੌਣ ਹੈ ਜੋ ਸਿੱਖ ਕੌਮ ਦੇ ਹਰਿਆਵਲ ਬਗੀਚੇ ਦੇ ਵਿੱਚ ਤੇਲ ਪਾ ਰਿਹਾ ਹੈ? ਕੌਣ ਹੈ ਜੋ ਜੜ੍ਹਾਂ ਹੌਲੀ ਹੌਲੀ ਵੱਢ ਰਿਹਾ ਹੈ? ਕਿਉਂ ਅਸੀਂ ਸਭ ਕੁਝ ਵੇਖ ਕੇ ਵੀ ਅਣਜਾਣੇ ਜਿਹੇ ਬਣੇ ਹੋਏ ਹਾਂ? ਕਿਉਂ ਅਸੀਂ ਇਹ ਕੋਝੀਆਂ ਤੇ ਗੰਦੀਆਂ ਚਾਲਾਂ ਨਹੀਂ ਸਮਝ ਪਾ ਰਹੇ? ਖਾਲਸਾ ਪੰਥ ਉਹ ਪੰਥ ਜਿਸ ਨੇ ਆਪਣਾ ਰਾਜ ਭਾਗ ਭੋਗਿਆ ਹੈ, ਆਖਿਰ ਕਿਸ ਨੇ ਇਸ ਖਾਲਸਾ ਰਾਜ ਦੀਆਂ ਜੜ੍ਹਾਂ ਵਿੱਚ ਤੇਲ ਪਾਇਆ? ਦੱਸ ਰਹੇ ਨੇ ਭਾਈ ਕੁਲਵੰਤ ਸਿੰਘ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ, ਗਰੀਬ ਨਿਵਾਜ ਨਾ ਦੂਸਰ ਤੋਸੋ। ਭੂਲ ਸ਼ਿਮੋ ਹਮਰੀ ਪ੍ਰਭ ਆਪਨ, ਭੂਲਨ ਹਾਰ ਕਹੂੰ ਕੋ ਮੋਸੋ। सेव करी तुमरी तिनके, सब ही ग्रह देशी देखियत दर्ब भरोसो। या कल मह सब काल कृपान के, भारी पुजान को भारी भरोसो। आस कृपान खंडो खड़ग, तुबक तबर अर तीर। सैफ सरोही सहथी, यह हमारे पीर। तीर तुही सहथी तुही, तुही तवर तरवार। नाम तिहारो जो जपै, भय सिंध भाव पार। सगल द्वार को छाड़ के, गयो तुहारो द्वार। बाहें गहे की लाज आस, गोविंद दास तुहार। सगल द्वार को छाड़ के, गयो तुहारो द्वार। बाहें गहे की लाज आस, गोविंद दास तुहार। वाहिगुरू जी का खालसा, वाहिगुरू जी की फतेह। परम सत्कारयोग गुरु की साजी नवाजी, गुरु स्वरूप गुरु खालसा साध संगत जी, गुरफतेह प्रवान करनी। आओ कुछ समा रल मिल के सच्चे पातशाह दी बख्शिश दा सदका, महापुरखों के आशीर्वाद का सदका आप रल मिल के कुछ धार्मिक, कुछ समाजिक ते कुछ राजनीतिक विचारां जिन्हां दा सुमेल करके आप अपनी कौम प्रति वफादार होने का सबूत और अपनी कौम दे नाल खड़न दा वादा, जो कौम ते हो रहे जुल्म ने उन्होंने पब्लिक के सामने, दुनिया के सामने रखने का यतन करिए। क्योंकि ये जो समा चल रहा है, ये कोई समा आम नहीं है। ज्ञान तो हीणा, श्रद्धा तो हीणा, गुरु के प्यार तो वांझा, गुरु की बख्शिश तो वांझा इंसान इस समय नूं
ਸਿਰਫ ਤੇ ਸਿਰਫ ਇੰਨਾ ਹੀ ਸੋਚ ਸਕਦਾ ਹੈ ਕਿ ਸਾਡੇ ਹੱਕਾਂ ਉੱਤੇ ਡਾਕੇ ਵੱਜ ਰਹੇ ਆ, ਭਾਵੇਂ ਅਸੀਂ ਕਿਤੇ ਵੀ ਰਹਿੰਦੇ ਆ ਦੁਨੀਆ ਦੇ ਵਿੱਚ। ਤੇ ਵਾਹਿਗੁਰੂ ਦੀ ਖੇਲ ਕੁਛ ਹੋਰ ਹੈ ਭਾਈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੀ ਖੇਲ ਕੁਛ ਹੋਰ ਹੈ। ਵਾਹਿਗੁਰੂ ਨੂੰ ਕੀ ਭਾਉਂਦਾ ਹੈ ਇਹ ਜਾਂ ਤਾਂ ਅਕਾਲ ਪੁਰਖ ਵਾਹਿਗੁਰੂ ਜਾਣਦਾ ਹੈ, ਤੇ ਜਾਂ ਪੂਰਾ ਸਤਿਗੁਰੂ ਜਾਣਦਾ ਹੈ, ਜਾਂ ਫਿਰ ਰੱਬ ਦੀ ਦਰਗਾਹ ਤੋਂ ਬਰਸਾਏ ਉਹ ਸਤਿਪੁਰਸ਼ ਜਿਨ੍ਹਾਂ ਨੂੰ ਆਪਾਂ ਬ੍ਰਹਮ ਗਿਆਨੀ ਅਭੇਦ ਪੁਰਸ਼ ਰੱਬ ਦੇ ਨਾਲ ਮਿਲੇ ਹੋਏ, ਜਿਨ੍ਹਾਂ ਨੂੰ ਇਸਲਾਮ ਦੇ ਵਿੱਚ ਅੱਲਾ ਦੇ ਹਮ ਕਲਾਮ ਫਕੀਰ ਕਿਹਾ ਜਾਂਦਾ ਹੈ, ਉਹ ਜਾਣਦੇ ਆ। ਤ੍ਰੈਕਾਲਦਰਸ਼ੀ ਜਿਹੜੇ ਹੁੰਦੇ ਆ ਉਹ ਜਾਣਦੇ ਆ ਸਮੇਂ ਨੂੰ। ਉਹਨਾਂ ਕੋਲੋਂ ਸੰਗਤ ਕਰਦੇ ਆ, ਉਹਨਾਂ ਦੇ ਬਚਨਾਂ ਦੇ ਵਿੱਚੋਂ ਕਈ ਦਫਾ ਜਿਹੜੇ ਜਗਿਆਸੂ ਹੁੰਦੇ ਨੇ, ਨਾਮ ਅਭਿਆਸੀ ਹੁੰਦੇ ਨੇ, ਉਹਨਾਂ ਨੂੰ ਭਿਣਕ ਲੱਗ ਜਾਂਦੀ ਹੈ। ਉਹ ਇਸ ਚੀਜ਼ ਨੂੰ ਭਾਫ ਲੈਂਦੇ ਹੈ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਏਗਾ। ਇਹ ਸਿਰਫ ਤੇ ਸਿਰਫ ਸਾਡੇ ਹੱਕ ਹੀ ਨਹੀਂ ਖੋਹੇ ਜਾ ਰਹੇ ਭਾਈ, ਤੇ ਵਾਹਿਗੁਰੂ ਦੀ ਕੁਝ ਰਜ਼ਾ ਹੋਰ ਹੈ। ਇਹ ਸਾਨੂੰ ਸਮਝਣ ਦੀ ਲੋੜ ਹੈ। ਆਓ ਆਪਾਂ ਰਲ ਮਿਲ ਕੇ ਸਾਰੇ ਮਾਈ ਭਾਈ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਇਸ ਵਿਚਾਰ ਦੇ ਨਾਲ ਜੁੜੀਏ, ਸਮਝਣਾ ਕਰੀਏ ਵਾਹਿਗੁਰੂ ਦੀ ਰਜ਼ਾ ਕਿਸ ਕਦਰ ਵਾਹਿਗੁਰੂ ਦੀ ਰਜ਼ਾ ਵਰਤਦੀ ਹੈ, ਕਿਸ ਕਦਰ ਵਾਹਿਗੁਰੂ ਦੀ ਖੇਲ ਚੱਲਦੀ ਹੈ, ਕਿਸ ਕਦਰ ਵਾਹਿਗੁਰੂ ਪਾਪਾਂ ਦਾ ਨਾਸ਼ ਕਰਕੇ ਧਰਮੀ ਲੋਕਾਂ ਨੂੰ, ਧਰਮ ਦੀ ਧੁਜਾ ਨੂੰ ਉੱਚਿਆਂ ਕਰਦਾ ਹੈ। ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਸਾਨੂੰ ਫਿਜ਼ੀਕਲੀ ਕਿੰਨਾ ਟੌਰਚਰ ਕੀਤਾ ਜਾਂਦਾ ਹੈ। ਪਿਆਰਿਓ, ਆਪਾਂ ਨਾ ਤਾਂ ਕਿਸੇ ਦਾ ਕੋਈ ਨੁਕਸਾਨ ਕਰਦੇ ਹਾਂ। ਤੁਸੀਂ ਤਕਰੀਬਨ ਸਾਰੇ ਸੱਜਣ ਜਾਣਦੇ ਹੋ ਜਿਹੜੇ ਦਾਸ ਨਾਲ ਐਡ ਹਨ ਜਾਂ ਕਈ ਪਰਸਨਲ ਤੌਰ ਤੇ ਵੀ ਜਾਣਦੇ ਹੈ ਕਿ ਆਪਾਂ ਨਾ ਤਾਂ ਕਿਸੇ ਦੇ ਖਿਲਾਫ ਕੋਈ ਪੋਸਟ ਪਾਉਂਦੇ ਆ, ਨਾ ਕਿਸੇ ਦੇ ਖਿਲਾਫ ਕੋਈ ਬੋਲਦੇ ਆ। ਹਾਂ, ਇਹ ਆਪਣੀ ਕੌਮ ਦੇ ਨਾਲ ਆਪਣੇ ਧਰਮ ਪ੍ਰਤੀ ਵਫਾਦਾਰ ਹੋਣਾ ਹਰ ਇੱਕ ਦਾ ਫਰਜ਼ ਹੈ। ਇਹ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ੀ ਹੈ ਕਿਹਨੂੰ ਕਿਹੜੇ ਧਰਮ ਦੇ ਵਿੱਚ, ਕਿਹੜੇ ਖਿੱਤੇ ਵਿੱਚ, ਕਿਹੜੇ ਕਬੀਲੇ ਵਿੱਚ ਜਨਮ ਦੇਣਾ ਹੈ। ਕੋਈ ਬੱਚਾ ਆਪਣੀ ਮਰਜ਼ੀ ਨਾਲ ਨਹੀਂ ਜੰਮਦਾ, ਕੋਈ ਆਪਣੀ ਮਰਜ਼ੀ ਦੇ ਨਾਲ ਕਿਸੇ ਦੇ ਘਰ ਨਹੀਂ ਜੰਮ ਪੈਂਦਾ। ਅਕਾਲ ਪੁਰਖ ਵਾਹਿਗੁਰੂ ਦਾ ਭੇਜਿਆ ਹੋਇਆ ਜੀਵ ਆਉਂਦਾ ਹੈ। ਪਰ ਸਮੇਂ ਦੀਆਂ ਸਰਕਾਰਾਂ, ਭਾਰਤ ਦੀ ਸਰਕਾਰ ਦੇ ਜਿਹੜੇ ਚਮਚੇ ਹੈ, ਉਹ ਕਿਸੇ ਵੀ ਦੇਸ਼ ਦੇ ਵਿੱਚ ਬੈਠੇ ਹੋਣ, ਸਿੱਖਾਂ ਪ੍ਰਤੀ ਉਹਨਾਂ ਦੀ ਨਫ਼ਰਤ ਐਸੀ ਹੈ, ਈਰਖਾ ਐਸੀ ਹੈ ਕਿ ਉਹ ਨਹੀਂ ਚਾਹੁੰਦੇ ਕਿ ਸਿੱਖ ਧਰਮ ਦਾ ਇਤਿਹਾਸ, ਸਿੱਖ ਕੌਮ ਦੇ ਉੱਤੇ ਹੋਏ ਜ਼ੁਲਮਾਂ ਦੀ ਦਾਸਤਾਨ, ਕਿ ਸਿੱਖ ਆਪਣੇ ਸਿੱਖ ਭਰਾਵਾਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਕਿ ਉਹ ਆਪਣੇ ਸਟੈਂਡ ਤੇ ਖੜੇ ਹੋ ਸਕਣ। ਇਸ ਵੇਲੇ ਪੂਰੇ ਹਿੰਦੂ ਤਵੀ ਢਾਂਚੇ ਦਾ ਜ਼ੋਰ ਲੱਗਿਆ ਪਿਆ ਹੈ ਇਹ ਸਾਬਤ ਕਰਨ ਵਾਸਤੇ ਕਿ ਗੁਰੂ ਨਾਨਕ ਸਾਹਿਬ ਹਿੰਦੂ ਸੀ, ਸਿੱਖ ਹਿੰਦੂਆਂ ਦੇ ਵਿੱਚੋਂ ਨਿਕਲੇ ਨੇ, ਕੋਈ ਫਰਕ ਨਹੀਂ ਹੈ, ਸਿੱਖ ਸੁਧਰੀ ਹੋਈ ਨਸਲ ਹੈ ਹਿੰਦੂਆਂ ਦੀ। ਤੇ ਜਦੋਂ ਭਾਈ ਕੋਈ ਵਿਚਾਰ ਵਟਾਂਦਰਾ ਹੁੰਦਾ ਹੈ ਉਦੋਂ ਭੱਜ ਲੈਂਦੇ ਨੇ, ਇਹ ਧੋਤੀਆਂ ਚੁੱਕ ਕੇ ਤਾਂ ਨੂੰ ਭੱਜ ਲੈਂਦੇ ਹੈ, ਖੜਦੇ ਨਹੀਂ ਹੈਗੇ। ਇਹ ਮੈਂ ਬੇਨਤੀ ਇਸ ਕਰਕੇ ਕਰਨ ਲੱਗਿਆ ਹੈ ਕਿ ਵਿਦੇਸ਼ਾਂ ਦੇ ਵਿੱਚ ਆ ਕੇ ਵੀ ਇਹ ਲੋਕ ਆਪਣੀਆਂ ਕਮੀਨਗੀਆਂ ਤੋਂ ਬਾਜ਼ ਨਹੀਂ ਆਉਂਦੇ। ਆਪ ਨੇ ਸਰਵਣ ਕੀਤਾ ਸੀ ਸੰਗਤਾਂ ਨੇ ਕਿ ਪਿਛਲੇ 2-3 ਐਤਵਾਰ ਐਸੇ ਸ਼ਹੀਦੀ ਸਮਾਗਮ ਸਨ, ਐਸੇ ਸ਼ਹੀਦੀ ਦਿਹਾੜੇ ਸਨ ਉਹਨਾਂ ਯੋਧਿਆਂ ਦੇ, ਉਹਨਾਂ ਸੂਰਬੀਰਾਂ ਦੇ ਜਿਨ੍ਹਾਂ ਦੇ ਤਨ ਲੀਰੋ ਲੀਰ ਕਰ ਦਿੱਤੇ ਹਿੰਦ ਦੀ ਸਰਕਾਰ ਨੇ ਔਰ ਹਿੰਦ ਦੇ ਕਰਿੰਦਿਆਂ ਨੇ। ਆਪਾਂ ਨੇ 3-4 ਹਫ਼ਤੇ ਪਹਿਲਾਂ ਭਾਈ ਅਨੋਖ ਸਿੰਘ ਬੋਬਰ ਦੀ, ਜਿਹੜੇ ਸਾਡੇ ਕੌਮ ਦੇ ਮਹਾਨ ਹੀਰੇ, ਮਹਾਨ ਯੋਧੇ, ਜਿਨ੍ਹਾਂ ਦੀਆਂ ਅੱਖਾਂ ਕੱਢ ਦਿੱਤੀਆਂ ਇਸ ਜ਼ਾਲਮ ਸਰਕਾਰ ਨੇ, ਜੀਭ ਕੱਟ ਦਿੱਤੀ, ਬਾਅਦ ਦੇ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ, ਉਹਦੀ ਸਾਖੀ ਆਪਾਂ ਨੇ ਸੁਣਾਈ ਸੀ। ਉਹ ਤੋਂ ਬਾਅਦ ਕੁਝ ਕੁ ਹੋਰ ਸ਼ਹੀਦ
ਸਿੰਘਾਂ ਦੇ ਇਤਿਹਾਸ ਆਪਾਂ ਨੇ ਵਰਣਨ ਕੀਤੇ ਸੀ ਟੂਕ ਮਾਤਰ, ਪਰ ਫੇਸਬੁੱਕ ਦੇ ਉੱਤੇ ਇੱਕ ਪਿਆਰਿਓ ਗਰੁੱਪ ਹੈ, ਚੱਲਦਾ ਹੈ, ਅਜੇ ਵੀ ਚੱਲਦਾ ਹੈ ਗਰੁੱਪ, ਉਹ ਨਿਊਜ਼ੀਲੈਂਡ ਤੋਂ ਚੱਲਦਾ ਹੈ, ਇੰਡੀਅਨਸ ਆਰ ਇਨ ਨਿਊਜ਼ੀਲੈਂਡ। ਉਹਦੇ ਵਿੱਚ ਛੋਟੇ ਛੋਟੇ ਛੋਕਰੇ ਜੇ ਇੰਡੀਆ ਤੋਂ ਪੜ੍ਹਨ ਗਏ ਹੋਏ ਆ ਇੱਥੇ, ਤੇ ਉਸ ਗਰੁੱਪ ਦੇ ਵਿੱਚ ਉਹ ਨੋਰਮਲੀ ਆਪਾਂ ਤਾਂ ਪ੍ਰਚਾਰ ਵਾਸਤੇ ਸੈਂਡ ਕਰਦੇ ਆ, ਸਾਨੂੰ ਕਿਸੇ ਨਾਲ ਕੀ ਲੱਗੇ। ਜੇ ਹਿੰਦ ਦੀ ਸਰਕਾਰ ਜ਼ੁਲਮ ਕਰੂਗੀ ਤਾਂ ਨੱਕ ਭੰਨਣ ਵਾਸਤੇ ਵੀ ਪੈਦਾ ਕਰ ਦਿੰਦਾ ਵਾਹਿਗੁਰੂ, ਕੋਈ ਨਾ ਕੋਈ ਨੱਕ ਭੰਨਣ ਵਾਲੇ ਸੂਰਮੇ ਵੀ ਆ ਜਾਂਦੇ ਆ। ਪਰ ਇਹਨਾਂ ਦੀ ਕਮੀਨਗੀ ਦੀ ਹੱਦ ਦੇਖੋ। ਪਿਛਲੇ 1 ਹਫ਼ਤੇ ਤੋਂ ਉਹ ਰਿਪੋਰਟਾਂ ਤੇ ਰਿਪੋਰਟਾਂ ਕਰੀ ਜਾ ਰਹੇ ਹੈ ਜੀ, ਸਪੈਮ ਹੈ, ਇਹ ਫੇਕ ਅਕਾਊਂਟ ਹੈ, ਇਹ ਜੀ ਹੇਟ ਪ੍ਰੀਚਿੰਗ ਕਰਦਾ ਹੈ, ਤੇ ਆਪਾਂ ਅੱਗੇ ਸ਼ੇਅਰ ਨਹੀਂ ਕਰ ਸਕਦੇ। ਇਹ ਤੁਹਾਡਾ ਫਰਜ਼ ਬਣਦਾ ਜਦੋਂ ਆਪਾਂ ਕਿਸੇ ਸ਼ਹੀਦਾਂ ਦੀ ਸਾਖੀ ਸੁਣਾਉਂਦੇ ਆ, ਸ਼ਹੀਦਾਂ ਦਾ ਇਤਿਹਾਸ ਸੁਣਾਉਂਦੇ ਆ, ਸ਼ਹੀਦਾਂ ਦੀ ਗੱਲਬਾਤ ਆਪਣੇ ਬੱਚਿਆਂ ਤੱਕ ਰੱਖਣ ਦੀ ਕੋਸ਼ਿਸ਼ ਕਰਦੇ ਆ ਕਿ ਭਾਰਤ ਦੀ ਹਿੰਦ ਦੀ ਸਰਕਾਰ ਨੇ ਕਿਸ ਤਰ੍ਹਾਂ ਸਾਡੇ 4-4 ਮਹੀਨੇ ਦੇ ਬੱਚੇ, ਉਹਨਾਂ ਦੇ ਵੀ ਸਿਰ 'ਚ ਗੋਲੀਆਂ ਮਾਰ ਕੇ ਅੱਤਵਾਦੀ ਕਹਿ ਕੇ ਮਾਰੇ, ਉਹ ਦੱਸਣ ਦੀ ਕੋਸ਼ਿਸ਼ ਕਰਦੇ ਆ। ਆਪਣੇ ਪਾਪਾਂ ਤੋਂ ਆਪ ਡਰੇ ਹੋਏ ਲੋਕ, ਹਿੰਦੂ ਤਵੀ ਲੋਕ, ਮੈਂ ਹਿੰਦੂ ਤਵੀ ਲੋਕ ਨਹੀਂ ਕਹਿੰਦਾ, ਹਿੰਦੂ ਤਵੀ ਅੱਤਵਾਦੀ, ਇਹ ਆਪਣੀਆਂ ਕਰਤੂਤਾਂ ਤੋਂ ਆਪ ਡਰੇ ਹੋਏ, ਆਪਣੇ ਪਾਪਾਂ ਤੋਂ ਆਪ ਡਰੇ ਹੋਏ, ਧਰਮ ਦੀ, ਸ਼ਹੀਦਾਂ ਦੀ, ਕੌਮ ਦੀ, ਆਪਣੇ ਹੱਕਾਂ ਦੀ ਗੱਲ ਕਰਨੀ, ਉਹਨੂੰ ਵੀ ਰੋਕਣ ਦੀ ਕੋਸ਼ਿਸ਼ ਕਰਦੇ ਆ। ਇਹਨਾਂ ਨੇ ਕੰਪਲੇਂਟਾਂ ਕਰ ਕਰਕੇ ਪਿਆਰਿਓ ਅੱਗੇ ਜਿਹੜੇ ਸ਼ੇਅਰ ਕਰਦੇ ਸੀ ਆਪਾਂ ਕਿਸੇ ਦੇ ਨਾਲ, ਉਹ ਵੀਡੀਓ ਸ਼ੇਅਰ ਹੋਣ ਤੋਂ ਹੀ ਪਿਛਲੇ ਹਫ਼ਤੇ ਤੋਂ, ਪਿਛਲੇ ਮੰਡੇ ਤੋਂ ਬੰਦ ਕਰਵਾਈਆਂ ਹੋਈਆਂ ਨੇ। ਇੰਨੀ ਕਮੀਨਗੀ ਤੱਕ ਇਹ ਲੋਕ ਆ ਗਏ। ਇੱਕ ਪਾਸੇ ਇਹ ਲੋਕ ਮੀਟਿੰਗਾਂ ਕਰ ਕਰਕੇ ਕਹਿੰਦੇ ਐ ਕਿ ਅਸੀਂ ਮੁਹਿੰਮ ਚਲਾਵਾਂਗੇ, ਮਹਾਨ ਸ਼ਹੀਦ, ਮਹਾਨ ਯੋਧੇ, ਮਹਾਨ ਤਪਸਵੀ, ਵਿਦੇਹ ਮੁਕਤ ਅਵਸਥਾ ਦੇ ਮਾਲਕ, ਮਹਾਨ ਸ਼ਖਸੀਅਤ, ਮਹਾਨ ਸਿੱਖ, ਮਹਾਨ ਸੰਤ, ਮਹਾਨ ਵਿਦਵਾਨ ਸ਼੍ਰੀਮਾਨ ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਜਿੱਥੇ ਲੱਗੀ ਹੋ ਅਸੀਂ ਤੁਰਵਾਉਣ ਦੀ ਮੁਹਿੰਮ ਚਲਾਵਾਂਗੇ। ਇੱਕ ਪਾਸੇ ਤਾਂ ਇਹ ਕਹਿੰਦੇ ਆ, ਤੇ ਦੂਜੇ ਪਾਸੇ ਇਹਨਾਂ ਦੇ IT ਸੈੱਲ ਬਣੇ ਹੋਏ ਨੇ, ਜਿਹੜਾ ਕੋਈ ਬੰਦਾ ਸਿੱਖ ਧਰਮ ਦੀ ਗੱਲ ਕਰਦਾ ਹੈ ਤੇ ਉਹਨਾਂ ਦੇ ਅਕਾਊਂਟਾਂ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰਦੇ ਆ, ਹੈਕ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕਰਦੇ ਆ। ਤੇ ਮੈਂ ਬੇਨਤੀ ਕਰਨੀ ਚਾਹਾਂਗਾ ਅੱਜ ਦੇ ਪ੍ਰੋਗਰਾਮ ਦੇ ਜ਼ਰੀਏ ਕਿ ਪਟਿਆਲਾ ਪੁਲਿਸ ਦਾ SSP ਸ਼ਾਇਦ ਮਨਦੀਪ ਸਿੰਘ ਸਿੱਧੂ ਨਾਂ ਉਹਨਾਂ ਦਾ ਹੈ, ਤੇ ਜਦੋਂ ਪਟਿਆਲੇ ਸਬਜ਼ੀ ਮੰਡੀ ਦੇ ਵਿੱਚ ਵਾਰਦਾਤ ਹੋਈ, ਇੱਕ ਨਿਹੰਗ ਸਿੰਘ ਨੇ ਪੁਲਿਸ ਵਾਲੇ ਦਾ ਗੁੱਟ ਵੱਢਿਆ, ਉਸ ਵੇਲੇ ਇਹਨਾਂ ਨੂੰ ਫਟਾਫਟ ਪਤਾ ਲੱਗ ਗਿਆ ਵੀ ਇਹ ਦਾੜੀ ਕਿਸ ਰੱਖੇ ਹੋਏ ਨੇ, ਅੱਤਵਾਦੀ, ਸਰਕਾਰ ਨਾਮ ਵੀ ਦਊਗੀ। 500-600 ਬੰਦਾ ਲੈ ਕੇ ਪੁਲਿਸ ਦਾ ਗੁਰੂ ਘਰ ਤੇ ਧਾਵਾ ਬੋਲਤਾ ਸਿੱਧੂ ਸਾਹਿਬ, SSP ਸਾਹਿਬ। ਇੱਕ ਸਿੱਖ ਨੂੰ ਫੜਨ ਵਾਸਤੇ, ਉਹਦੀਆਂ ਧੀਆਂ ਭੈਣਾਂ ਨੂੰ ਫੜਨ ਵਾਸਤੇ, ਬੱਚੀਆਂ ਨੂੰ ਫੜਨ ਵਾਸਤੇ, ਕੌਮ ਦੀ ਜਵਾਨੀ ਦੇ ਵਿੱਚ ਦਹਿਸ਼ਤ ਪਾਉਣ ਵਾਸਤੇ, ਉਦੋਂ ਤੁਹਾਡੇ ਕੋਲ ਸਪਾਟੇ ਵੀ ਸੀ, ਤੁਹਾਡੇ ਕੋਲ ਆਟੋਮੈਟਿਕ ਗੰਨਾਂ ਵੀ ਸੀਗੀਆਂ, ਧੀਆਂ ਭੈਣਾਂ ਨੂੰ ਚੁੱਕ ਕੇ ਲਿਆਉਣ ਵਾਸਤੇ ਤੁਹਾਡੇ ਕੋਲ ਫੋਰਸਾਂ ਵੀ ਸੀਗੀਆਂ। ਤੁਹਾਡੇ ਨੱਕ ਦੇ ਥੱਲੇ ਬੈਠ ਗਏ ਆ ਇੱਕ ਕੋਈ ਹੈ ਹਰਿਆਣੇ ਦਾ, ਪਤਾ ਨਹੀਂ ਚੰਡੀਗੜ੍ਹ ਦਾ, ਬਰਿੰਦਰ ਸਿੰਡਲਾ ਕਰਕੇ ਕੋਈ, ਉਹ ਕਹਿੰਦਾ ਸਾਡਾ ਹਿੰਦੂ ਤਖਤ। ਉਹ ਪਿਆਰਿਓ, ਤਖਤ ਜਾਗਦੀਆਂ ਕੌਮਾਂ ਦੇ ਹੁੰਦੇ ਨੇ, ਮਰਦਾਂ ਦੇ ਤਖਤ ਹੁੰਦੇ ਆ, ਜਿਨ੍ਹਾਂ ਨੇ ਆਪਣੀਆਂ ਧੀਆਂ ਭੈਣਾਂ ਹੱਥੀਂ ਤਿਆਰ ਕਰ ਕਰਕੇ ਅਫਗਾਨਾਂ ਨੂੰ ਦਿੱਤੀਆਂ ਹੋਣ, ਗਜਨੀ ਦੇ ਬਾਜ਼ਾਰਾਂ 'ਚ ਵਿਕੀਆਂ ਹੋਣ। ਉਹਨਾਂ ਦੇ ਤਖਤ ਨਹੀਂ ਹੁੰਦੇ। ਤੁਸੀਂ ਤਖਤ ਦੀ ਪਰਿਭਾਸ਼ਾ ਪੁੱਛਦੇ, ਇੱਕ ਹੋਰ ਹੈ ਲੁਧਿਆਣੇ ਦਾ, ਇੱਕ ਵਰਣ ਮਹਿਤਾ ਸ਼ਾਇਦ ਪੰਜਾਬ ਕੋਈ ਦਾ, ਉਹ ਬੜਾ ਲੱਗਿਆ ਇਨਬਾਕਸ ਦੇ ਵਿੱਚ ਮੈਸੇਜ ਕਰ ਕਰਕੇ 3-4 ਦਿਨ ਤੋਂ ਹੁਣ ਤੱਕ ਖਾਮੋਸ਼ ਹੋਇਆ ਜਦੋਂ ਤਖਤਾਂ ਦੀ ਪਰਿਭਾਸ਼ਾ ਦੱਸੀ ਕਿ ਤਖਤ ਕਿਹਨਾਂ ਦੇ ਹੁੰਦੇ, ਤਖਤਾਂ ਦੀ ਪਰਿਭਾਸ਼ਾ ਕੀ ਹੁੰਦੀ ਹੈ। ਪਿਆਰਿਓ, ਇਹ ਲੋਕ ਮਾਨਸਿਕ ਤੌਰ ਤੇ ਸਾਡੀ ਕੌਮ ਦੀ ਜਵਾਨੀ ਨੂੰ ਟੌਰਚਰ ਕਰਕੇ, ਉਹਨਾਂ ਤੋਂ ਕੁਛ ਨਾ ਕੁਛ ਕਹਾ ਕੇ ਉਹਨਾਂ ਨੂੰ ਅੱਤਵਾਦੀ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਅਸੀਂ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਵੀ ਲੋਕ ਕਿੰਨਾ ਕੁ ਕਮੀਣਾਪਣ ਤੇ ਉਤਰੇ ਹੋਏ ਨੇ, ਕਿੰਨੀਆਂ ਕੁ ਗੰਦੀਆਂ ਗਾਲਾਂ ਇਹ ਇਨਬਾਕਸ ਦੇ ਵਿੱਚ ਕੱਢਦੇ ਆ। ਵਰਣ ਮਹਿਤਾ ਪੰਜਾਬ ਇੱਕ ਇਹ ਹਿੰਦੂ ਤਖਤ ਦਾ ਪ੍ਰਚਾਰਕ ਹੈ, ਕੋਈ ਲੁਧਿਆਣੇ ਦਾ, ਬਿਨਾਂ ਮਤਲਬ ਤੋਂ ਉਹ ਇਨਬਾਕਸ ਮੈਨੂੰ ਮੈਸੇਜ ਕਰ ਕਰਕੇ ਇਹ ਲਿਖ ਰਿਹਾ ਵਿੱਚ, ਕਹਿੰਦਾ ਤੂੰ ਅੱਤਵਾਦੀ, ਤੂੰ ਫਲਾਨਾ, ਤੂੰ ਖਾਲਿਸਤਾਨੀ।
ਨਾ ਤਾਂ ਇਸ ਬੰਦੇ ਨੂੰ ਖਾਲਿਸਤਾਨ ਦੀ ਪਰਿਭਾਸ਼ਾ ਪਤਾ ਲੱਗੀ ਹੈ। ਇਹਨਾਂ ਨੂੰ ਪਤਾ ਹੀ ਨਹੀਂ ਖਾਲਿਸਤਾਨ ਦੀ ਪਰਿਭਾਸ਼ਾ ਕੀ ਹੈ, ਖਾਲਿਸਤਾਨ ਹੈ ਕੀ। ਇਹ ਇਕੱਲਾ ਸਿੱਖ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਪੰਜਾਬ ਇੰਡੀਆ ਦੇ ਵਿੱਚ ਪੂਰੇ ਘੱਟ ਗਿਣਤੀਆਂ ਨੇ, ਸਾਰੀਆਂ ਖਾਲਿਸਤਾਨ ਦੀ ਡਿਮਾਂਡ ਕਰਨਗੀਆਂ ਔਰ ਜੁੱਤੀ ਦੇ ਨਾਲ ਕੁੱਟ ਕੇ ਲੈਣਗੀਆਂ ਤੁਹਾਡੇ ਕੋਲੋਂ। ਯਾਦ ਰੱਖਿਓ, ਜਿਨ੍ਹਾਂ ਦੀਆਂ ਧੀਆਂ ਭੈਣਾਂ ਤੁਸੀਂ ਹਿੰਦੂ ਤਵੀ ਲੋਕੋ ਰੇਪ ਕਰਕੇ, ਜੀਭਾਂ ਕੱਟ ਕੇ, ਰੀੜ੍ਹ ਦੀ ਹੱਡੀ ਤੋੜ ਕੇ, ਧੌਣ ਤੋੜ ਕੇ, ਕਤਲ ਕਰਕੇ, ਪੈਟਰੋਲ ਪਾ ਕੇ ਫੂਕਦੇ ਹੋ, ਕੀ ਤੁਹਾਡਾ ਖਿਆਲ ਹੈ ਕਿ ਉਹ ਤੁਹਾਡੇ ਹਰਾਮ ਰਾਜ ਦੇ ਵਿੱਚ ਰਹਿਣਾ ਪਸੰਦ ਕਰਨਗੇ? ਬਿਲਕੁਲ ਨਹੀਂ। ਉਹ ਸਾਰੇ ਉੱਠ ਕੇ ਖਾਲਿਸਤਾਨ ਮੰਗਣਗੇ। ਠੀਕ ਹੈ, ਗਿਆਨ ਨਹੀਂ ਅਜੇ, ਤੁਹਾਡੇ ਕੂੜ ਪ੍ਰਚਾਰ ਦਾ ਸਦਕਾ, ਤੁਹਾਡੇ ਪਾਪੀ ਵਿਰਤੀ ਦਾ ਸਦਕਾ ਤੁਸੀਂ ਗੁੰਮਰਾਹ ਕਰਨ ਦੇ ਵਿੱਚ ਕਾਮਯਾਬ ਹੋ ਗਏ ਲੋਕਾਂ ਨੂੰ ਕਿ ਸਿੱਖ ਵੱਖਰਾ ਦੇਸ਼ ਚਾਹੁੰਦੇ ਆ। ਵੱਖਰਾ ਦੇਸ਼ ਨਹੀਂ, ਖਾਲਿਸਤਾਨ ਦੀ ਪਰਿਭਾਸ਼ਾ ਜਿੱਥੇ ਪਾਪ ਨਾ ਹੋਣ, ਜਿੱਥੇ ਧੀਆਂ ਭੈਣਾਂ ਦੀ ਬੇਪਤੀ ਕਰਕੇ, ਉਹਨਾਂ ਦਾ ਕਤਲੇਆਮ ਕਰਕੇ ਪੈਟਰੋਲ ਪਾ ਕੇ ਨਾ ਫੂਕਿਆ ਜਾਵੇ, ਜਿੱਥੇ ਗਰੀਬਾਂ ਦੀਆਂ ਜ਼ਮੀਨਾਂ ਨਾ ਹਥਿਆਈਆਂ ਜਾਣ, ਜਿੱਥੇ ਗਰੀਬ ਮਜ਼ਲੂਮ ਦੀ ਰੱਖਿਆ ਕੀਤੀ ਜਾਵੇ, ਜਿੱਥੇ ਧਾਰਮਿਕ ਸਥਾਨ ਸੇਫ ਹੋਣ, ਜਿੱਥੇ ਧਰਮ ਉੱਚਾ ਹੋਵੇ ਤੇ ਰਾਜਨੀਤੀ ਨੀਵੀਂ ਹੋਵੇ, ਉਸ ਧਰਤੀ ਦਾ ਨਾਂ, ਉਸ ਜਗ੍ਹਾ ਦਾ ਨਾਂ ਖਾਲਿਸਤਾਨ ਹੈ ਔਰ ਉਹ ਬਣ ਕੇ ਰਹੇਗਾ। ਤੁਸੀਂ ਜਿੰਨੇ ਮਰਜ਼ੀ ਪਾਪ ਕਮਾ ਲਓ, ਜਿੰਨਾ ਮਰਜ਼ੀ ਦੁਨੀਆ ਤੇ ਰੌਲਾ ਪਾ ਲਓ, ਸਿੱਖ ਅੱਤਵਾਦੀ ਨੇ, ਸਿੱਖ ਵੱਖਵਾਦੀ ਨੇ, ਸਿੱਖਾਂ ਨੇ ਆਹ ਕਰਤਾ, ਸਿੱਖਾਂ ਨੇ ਆਹ ਕਰਤਾ। ਇਹ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਬੜੀ ਦੇਰ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ ਪੰਜਾਬ ਦੀ ਜਵਾਨੀ ਨੂੰ, ਭਾਈ ਅੰਮ੍ਰਿਤਧਾਰੀ ਹੋਵੋ, ਸ਼ਾਸਤਰਧਾਰੀ ਹੋਵੋ। ਦਾੜੀਆਂ ਪਟਾਉਣ ਦਾ ਕੀ ਫਾਇਦਾ ਹੈ, ਪੱਗਾਂ ਲਾਉਣ ਦਾ ਕੀ ਫਾਇਦਾ? ਬੇਇੱਜ਼ਤ ਹੋ ਗਏ ਵੀ ਤਾਂ ਪੋਸਟਾਂ ਪਾਉਂਦੇ ਹੋ ਫੇਸਬੁੱਕਾਂ ਤੇ, ਸਾਡੀ ਪੱਗ ਲਾ ਲਈ, ਸਾਡੀ ਦਾੜੀ ਪੱਟਤੀ, ਸਾਨੂੰ ਧੂਤ ਰੱਖਾ ਕੀਤਾ। ਪਹਿਲਾਂ ਹੀ ਅੰਮ੍ਰਿਤਧਾਰੀ ਹੋ ਕੇ, ਸ਼ਾਸਤਰਧਾਰੀ ਹੋ ਕੇ ਰਹੋ। ਰੋਟੀਆਂ ਬਾਹਰ ਵੀ ਖਾਣੇ ਆ, ਰੋਟੀਆਂ ਅੰਦਰ ਵੀ ਖਾਣੀਆਂ ਨੇ। ਕਿਉਂ ਨਹੀਂ ਇਹਨਾਂ ਦੇ ਸਿਰ ਚੜ ਕੇ ਬੈਠਦੇ? ਜਦੋਂ ਖਾਲਸੇ ਦਾ ਰੂਪ ਧਾਰਨ ਕਰਕੇ ਸ਼ੇਰਾਂ ਵਾਂਗੂ ਫਿਰੋਗੇ ਤੁਸੀਂ ਚੜ੍ਹਦੀ ਕਲਾ ਦੇ ਨਾਲ, ਭਾਈ ਕੌਣ ਤੁਹਾਨੂੰ ਜੰਗਲ ਦੇ ਵਿੱਚੋਂ ਕਹੂਗਾ ਕਿ ਤੂੰ ਜਾ ਬਾਹਰ, ਜੰਗਲ ਦੇ ਵਿੱਚੋਂ ਨਿਕਲ ਬਾਹਰ। ਟਿੱਡੀਆਂ ਪਲਪੀਹੀਆਂ ਨੂੰ ਜ਼ੁਕਾਮ ਹੋਇਆ ਹੈ, ਥੋੜਾ ਜਿਹਾ ਇਹ ਸੋਚ ਕੇ ਕਿ ਅਸੀਂ ਖਨੀ ਕੀ ਕਰ ਦਿਆਂਗੇ, ਸਾਡੇ ਕੋਲ ਪਾਵਰ ਹੈ। ਪਿਆਰਿਓ, ਇਹ ਪਾਵਰਾਂ ਕਿਤੇ ਚਲੇ ਜਾਂਦੀਆਂ ਨੇ। ਐਸੇ ਕਮੀਣੀਆਂ ਹਰਕਤਾਂ ਲੋਕ ਕਰਦੇ ਐ। ਸਿੱਖ ਨੌਜਵਾਨਾਂ ਨੂੰ ਹਰ ਟਾਈਮ ਪੁਲਿਸ ਦੇ ਕੋਲ ਫਸਾਉਣ ਦੀ ਕੋਸ਼ਿਸ਼ ਕਰਦੇ ਆ, ਆਪਣੇ ਗਨਮੈਨ ਲੈਣ ਦੀ ਖਾਤਰ ਇਹੋ ਜਿਹੇ ਕੁਝ ਕਰਦੇ ਆ। ਮੈਂ ਬੇਨਤੀ ਕਰਨਾ ਚਾਹੁੰਦਾ ਐਸਐਸਪੀ ਪਟਿਆਲਾ ਨੂੰ, ਤੁਹਾਡੇ ਸ਼ਹਿਰ ਦੇ ਵਿੱਚ, ਤੁਹਾਡੇ ਕੋਲ, ਬਿਲਕੁਲ ਹੋ ਸਕਦਾ ਤੁਹਾਡਾ ਥਾਣਾ ਵੀ ਕਿਤੇ ਨੇੜੇ ਤੇੜੇ ਹੋਵੇ, ਮੈਨੂੰ ਤਾਂ ਪਤਾ ਨਹੀਂ ਇਹਨਾਂ ਪਟਿਆਲੇ 'ਚ ਥਾਣਾ ਕਿੱਥੇ ਹੈ ਤੇ ਇਹਦਾ ਮੰਦਿਰ ਕਿੱਥੇ ਬਣਾਈ ਬੈਠੇ ਆ। ਆਪਣੇ ਮੰਦਿਰ ਦੇ ਵਿੱਚ ਕਾਨਫਰੰਸਾਂ ਕਰਕੇ ਕਹਿੰਦੇ ਆ ਸਿੱਖਾਂ ਦੇ ਗੁਰਦੁਆਰੇ ਸਾਡੇ ਕਬਜ਼ੇ 'ਚ ਹੋਣੇ ਚਾਹੀਦੇ ਆ। ਅਸੀਂ ਕਿਸੇ ਦੇ ਧਰਮ ਦੇ ਉੱਤੇ ਅਟੈਕ ਨਹੀਂ ਕਰਦੇ, ਅਸੀਂ ਹਰੇਕ ਦੇ ਧਰਮ ਦਾ ਸਤਿਕਾਰ ਕਰਦੇ ਹਾਂ, ਹਰੇਕ ਧਾਰਮਿਕ ਪੁਰਸ਼ ਦਾ ਸਤਿਕਾਰ ਕਰਦੇ ਹਾਂ। ਇਹ 2-2 ਟਕੇ ਦੇ ਉੱਠ ਕੇ ਬੰਦੇ, ਜਿਨ੍ਹਾਂ ਨੂੰ ਆਪਣੇ ਨਾਨਕਿਆਂ ਦਾਦਕਿਆਂ ਦਾ ਪਤਾ ਨਹੀਂ ਵੀ ਨਾਨਕੇ ਕਿੱਥੇ ਹੈ, ਦਾਦਕੇ ਕਿੱਥੇ ਨੇ, ਮਾਂ ਕਿਹੜੇ ਸ਼ਹਿਰ ਦੀ ਹੈ, ਪਿਓ ਕਿਹੜੇ ਸ਼ਹਿਰ ਦਾ ਹੈ, ਉਹ ਉੱਠ ਕੇ ਕਹਿਣ ਲੱਗੇ ਹੋਏ ਆ ਕਿ ਭਿੰਡਰਾਂ ਵਾਲੇ ਸੰਤਾਂ ਦੀਆਂ ਫੋਟੋਆਂ ਲਾਹਾਂਗੇ ਗੁਰਦੁਆਰਿਆਂ 'ਚੋਂ। ਜੇ ਤਾਂ ਬਚਨ ਕੱਢਿਆ, ਮੂੰਹ 'ਚੋਂ ਬੋਲਿਆ, ਫਿਰ ਤਾਂ ਭਾਈ ਆਓ ਤਕੜੇ ਹੋ ਕੇ, ਹਨਾ, ਤਕੜੇ ਹੋ ਕੇ ਆਓ। ਪਤਾ ਲੱਗੇ ਤੁਹਾਨੂੰ ਵੀ ਤੁਸੀਂ ਕਿਹਨਾਂ ਨੂੰ ਚੈਲੰਜ ਕਰਦੇ ਹੋ, ਕਿਹਦੇ ਨਾਲ ਤੁਸੀਂ ਪੰਗਾ ਲੈਣ ਲੱਗੇ ਹੋ। ਐਸਐਸਪੀ ਸਾਹਿਬ, ਇਹਨਾਂ ਦੇ ਉੱਤੇ ਵੀ ਭਾਵਨਾ ਭੜਕਾਉਣ ਦਾ ਕੇਸ ਬਣਾ ਕੇ ਇਹਨਾਂ ਬੰਦਿਆਂ ਨੂੰ ਕਿਉਂ ਨਹੀਂ ਅਰੈਸਟ ਕਰਦੇ? ਕੈਪਟਨ ਤੋਂ ਡਰ ਲੱਗਦਾ ਹੈ ਜਾਂ ਮੋਦੀ ਤੋਂ ਡਰ ਲੱਗਦਾ ਹੈ ਕਿ ਮੋਦੀ ਖਾ ਜੂਗਾ ਤੁਹਾਨੂੰ? ਜਾਂ ਤਾਂ ਆਪਣੀਆਂ ਵਰਦੀਆਂ ਤੋਂ ਸ਼ੁਭ ਕਰਮਨ ਤੇ ਕਬ ਹੂੰ ਨਾ ਟਰੂ ਇਹ ਬੈਜ ਲਾਹੋ, ਇਹ ਲਿਖੋ ਕਿ ਮੋਦੀ ਦਾ ਹੁਕਮ ਵਜਾਉਣਾ, ਅਸੀਂ ਕੈਪਟਨ ਦਾ ਹੁਕਮ ਵਜਾਉਣਾ, ਮੋਦੀ ਦੇ ਹੁਕਮ ਤੋਂ ਮੈਂ ਸਦਾ ਹੀ ਡਰੂ, ਇਹ ਲਿਖੋ। ਤੇ ਜਾਂ ਫਿਰ ਜੇ ਸਿੱਖਾਂ ਦੇ ਪੁੱਤ ਕਹਾਉਂਦੇ ਹੋ, ਸਿੱਖਾਂ ਦੇ ਘਰੇ ਜੰਮੇ ਹੋ, ਗੁਰੂ ਦੀ ਭੈ ਭਾਵਨੀ ਮਨ ਦੇ ਵਿੱਚ ਹੈ, ਤੇ ਫਿਰ ਇਹਨਾਂ ਲੋਕਾਂ ਦੇ ਉੱਤੇ ਕੇਸ ਦਰਜ ਕਰੋ। ਕਿਉਂ ਪੰਜਾਬ ਦੀ ਜਵਾਨੀ ਨੂੰ ਉਕਸਾ ਕੇ, ਇਹਨਾਂ ਨਾਲ ਲੜਾ ਕੇ ਤੁਸੀਂ ਸਿੱਖਾਂ ਨੂੰ ਅੱਤਵਾਦੀ ਤੇ ਇਹਨਾਂ ਨੂੰ ਧਰਮ ਪੁੱਤਰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ। ਇਹਨਾਂ ਲੋਕਾਂ ਦੀ ਮਾਨਸਿਕਤਾ ਇੰਨੀ ਗਿਰ ਗਈ ਹੈ, ਇੰਨੀ ਗੰਦੀ ਹੋ ਗਈ ਹੈ ਕਿ ਬਾਹਰਲੇ ਮੁਲਕਾਂ 'ਚ ਆ ਕੇ ਵੀ ਸ਼ਾਂਤੀ ਨਾਲ ਨਾ ਰਹਿੰਦੇ ਆ, ਨਾ ਕਿਸੇ ਨੂੰ ਰਹਿਣ ਦਿੰਦੇ ਆ। ਬਾਹਰਲੇ ਸ਼ਹਿਰਾਂ ਦੇ ਗੁਰੂ ਘਰਾਂ ਦੇ ਵਿੱਚ ਵੀ ਆ ਕੇ ਦਖਲਅੰਦਾਜ਼ੀਆਂ ਕਰਦੇ ਆ। ਤੇ ਤੁਸੀਂ ਪੰਜਾਬ ਦੇ ਵਿੱਚ ਵੀ ਇਹਨਾਂ ਨੂੰ ਰੋਕ ਨਹੀਂ ਸਕਦੇ। ਤਾਂ ਕੀ ਚਾਹੁੰਦੇ ਕੀ ਹੋ ਕਿ ਸਿੱਖ ਬੱਚੇ ਇਹਨਾਂ ਦੇ ਸਿਰ ਪਾੜਨ ਤੇ ਤੁਸੀਂ ਸਿੱਖਾਂ ਨੂੰ ਅੱਤਵਾਦੀ ਸਾਬਤ ਕਰੋ? ਇੱਕ ਬਜ਼ੁਰਗ ਨਿਹੰਗ ਸਿੰਘ ਨੂੰ ਫੜਨ ਵਾਸਤੇ ਤੁਹਾਡੇ ਕੋਲ ਪੁਲਿਸ ਸੀ,
ਉਸ ਦੀ ਧਰਮ ਸੁਪਤਨੀ ਨੂੰ ਫੜਨ ਵਾਸਤੇ ਤੁਹਾਡੇ ਕੋਲ ਪੁਲਿਸ ਸੀ, ਉਹਨਾਂ ਦੀ ਬੇਟੀ ਨੂੰ ਫੜਨ ਵਾਸਤੇ ਤੁਹਾਡੇ ਕੋਲ ਪੁਲਿਸ ਸੀ, ਉਸ ਪਰਿਵਾਰ ਦੇ ਉੱਤੇ 6-7 ਬੇਦੋਸ਼ੀ ਸਿੰਘਾਂ ਦੇ ਉੱਤੇ ਕੇਸ ਪਾਉਣ ਵਾਸਤੇ ਤੁਹਾਡੇ ਕੋਲ ਪੁਲਿਸ ਸੀ, ਕਾਨੂੰਨ ਤੁਹਾਡਾ ਜਿਉਂਦਾ ਜਾਗਦਾ ਸੀ। ਇਹਨਾਂ ਦੀ ਵਾਰੀ ਤੁਹਾਡਾ ਕਾਨੂੰਨ ਵੀ ਮਰ ਜਾਂਦਾ, ਤੁਹਾਡਾ ਮੁੱਖ ਮੰਤਰੀ ਵੀ ਮਰ ਜਾਂਦਾ, ਤੁਹਾਡਾ ਪ੍ਰਧਾਨ ਮੰਤਰੀ ਵੀ ਮਰ ਜਾਂਦਾ। ਇਹਦਾ ਮਤਲਬ ਤਾਂ ਇਹੀ ਹੋਇਆ ਕਿ ਸਿੱਖ ਨੌਜਵਾਨ ਉੱਠ ਕੇ ਇਹਨਾਂ ਦੇ ਸਿਰ ਪਾੜਨ ਤੇ ਤੁਸੀਂ ਸਿੱਖਾਂ ਨੂੰ ਅੱਤਵਾਦੀ ਘੋਸ਼ਿਤ ਕਰੋ, ਵੱਖਵਾਦੀ ਘੋਸ਼ਿਤ ਕਰੋ, ਸਿੱਖਾਂ ਨੂੰ ਹਿੰਸਕ ਕਹੋ ਤੁਸੀਂ ਵੀ ਇਹ ਹਿੰਸਾ ਫੈਲਾਉਂਦੇ ਨੇ। ਤੇ ਜੇ ਇਹਨਾਂ ਦਾ ਸ਼ਾਂਤੀਪੂਰਵਕ ਪ੍ਰਚਾਰ ਹੈ ਇਹ, ਤੇ ਸਾਨੂੰ ਕਿਉਂ ਨਹੀਂ ਫਿਰ ਇਸ ਚੀਜ਼ ਦੀ ਖੁੱਲ੍ਹ ਹੈਗੀ ਕਿ ਅਸੀਂ ਵੀ ਆਪਣਾ ਤੁਹਾਡੇ ਇੰਡੀਅਨ IPC ਕਾਨੂੰਨ ਦੀ ਧਾਰਾ 19 ਦੇ ਮੁਤਾਬਕ ਅਸੀਂ ਵੀ ਕਿਉਂ ਨਹੀਂ ਆਪਣਾ ਪ੍ਰਚਾਰ ਖੁੱਲ੍ਹ ਕੇ ਆਪਣੇ ਮਨ ਦੀ ਗੱਲ ਕਰ ਸਕਦੇ। ਇਹ ਪਿਆਰਿਓ RSS ਦਿੱਲੀ BJP ਸਰਕਾਰ ਦੀ ਬਹੁਤ ਵੱਡੀ ਗੰਦੀ ਚਾਲ ਹੈ। ਪੰਜਾਬ ਦੇ ਵਿੱਚ ਛੋਟੇ ਛੋਟੇ ਕਤੂਰੇ ਪਾਲ ਕੇ ਇਹਨਾਂ ਚੌਂ ਨੂੰ ਰੱਖੇ ਹੋਏ ਆ, ਠਾਲਦੇ ਆ। ਇੱਕ ਤੁਸੀਂ ਦੇਖਿਆ ਹੋਣਾ ਸ਼ਿਕਾਰੀ ਜਾਂਦੇ ਆ ਕਮਾਦੀਆਂ ਦੇ ਵਿੱਚ ਸ਼ਿਕਾਰ ਕਰਨ ਵਾਸਤੇ, ਉਹ ਇੱਕ ਛੋਟਾ ਜਿਹਾ ਕੁੱਤਾ ਨਾ ਨਿੱਕਾ ਜਿਹਾ ਉਹਦੇ ਵਿੱਚ ਬਾੜ ਦਿੰਦੇ ਆ ਕਮਾਦੀ ਦੇ ਵਿੱਚ, ਤੇ ਉਹ ਟੌਂ ਕਰਦਾ ਫਿਰੀ ਜਾਂਦਾ ਵੀ ਸ਼ਾਹ ਕਿੱਥੇ ਹੈ, ਬਿੱਲਾ ਕਿੱਥੇ ਹੈ, ਤੇ ਅਸੀਂ ਲੱਭੀਏ ਵਿੱਚੋਂ ਇਹਦੇ। ਉਹ ਠਾਲਦਾ ਸ਼ਿਕਾਰ, ਇੱਕ ਸ਼ਿਕਾਰ ਫੜਨ ਵਾਲੇ ਬਾਹਰ ਖੜੇ ਹੁੰਦੇ ਆ, ਪਤਲੇ ਲੱਕ ਵਾਲੇ ਸ਼ਿਕਾਰੀ ਕੁੱਤੇ, ਤੇ ਉਹ ਫਿਰ ਮਗਰ ਭੱਜ ਕੇ ਸ਼ਿਕਾਰ ਫੜਦੇ ਆ। ਉਹ ਕੰਮ ਇਹ ਕਰਾਉਂਦੇ ਐ RSS ਵਾਲੇ, ਆਪ ਲਗਾਮਾਂ ਫੜੀ ਖੜੇ ਐ ਤੇ ਇਹਨਾਂ ਨੂੰ ਵਾੜਦੇ ਐ ਕਮਾਦੀ ਦੇ ਵਿੱਚ, ਕੌਮ ਦੇ ਅੰਦਰ ਵਾੜਦੇ ਐ। ਕੋਈ ਸ਼ਿਵ ਸੈਨਾ ਸੂਰਾ ਵਾਂਸੀ, ਕੋਈ ਕੁੱਤਾ ਵਾਂਸੀ, ਕੋਈ ਬਿੱਲਾ ਵਾਂਸੀ, ਪਤਾ ਨਹੀਂ ਕਿਹੜੀ ਬਣਾਈ ਬੈਠੇ ਐ। ਇਹ ਚੌਂ ਕਰਦੇ ਆ, ਸ਼ਹੀਦਾਂ ਦੇ ਖਿਲਾਫ ਬੋਲਦੇ ਆ, ਧਰਮ ਦੇ ਖਿਲਾਫ ਬੋਲਦੇ ਆ, ਗੁਰੂਆਂ ਦੇ ਖਿਲਾਫ ਬੋਲਦੇ ਆ, ਕੌਮ ਦੇ ਖਿਲਾਫ ਬੋਲਦੇ ਆ। ਤੇ ਜਦੋਂ ਨੌਜਵਾਨੀ ਇਹਨਾਂ ਨੂੰ ਮੂਹਰਿਓਂ ਜਵਾਬ ਦਿੰਦੀ ਹੈ ਤੇ ਫਿਰ ਜਿਹੜੇ ਪੁਲਿਸ ਵਾਲੇ ਖੜਾਏ ਹੋਏ ਆ ਫਿਰ ਸਿੱਖਾਂ ਦਾ ਸ਼ਿਕਾਰ ਖੇਡਦੇ ਆ। ਇਹ ਸਿੱਖਾਂ ਦਾ ਸ਼ਿਕਾਰ ਖੇਡਦੇ ਆ। ਇਹਨਾਂ ਨੂੰ ਬਹੁਤ ਦੁੱਖ ਹੁੰਦਾ ਜਦੋਂ ਸਿੱਖ ਚਿਹਰਿਆਂ ਦੇ ਉੱਤੇ ਦਮਾਲੇ ਦੇਖਦੇ ਆ, ਸਿੱਖ ਨੌਜਵਾਨੀ ਦੇ ਸਿਰਾਂ ਤੇ ਦਮਾਲੇ ਦੇਖਦੇ ਆ, ਸ਼ਾਸਤਰ ਵਸਤ ਦੇ ਵਿੱਚ ਸਨਦਬਤ ਦੇਖਦੇ ਆ। ਬੜੀ ਤਕਲੀਫ ਹੁੰਦੀ ਹੈ ਇਹਨਾਂ ਨੂੰ, ਬਹੁਤ ਜ਼ਿਆਦਾ ਮੱਚਦੇ ਆ। ਕਿਤੇ ਫਤਿਹ ਹੀ ਸੁਣ ਲੈਣ, ਫਤਿਹ ਦਾ ਜਵਾਬ ਸੁਣ ਲੈਣਾ, ਬੜਾ ਤੜਫਦੇ ਆ ਵੀ ਇਹ ਫਤਿਹ ਕਾਹਤੇ ਬੁਲਾਉਂਦੇ ਆ। ਇਸ ਕਰਕੇ ਪਿਆਰੇ ਉਹਨਾਂ ਦੀ ਮਾਨਸਿਕਤਾ ਨੂੰ ਬੁੱਝੋ। ਦੋ ਹੀ ਕੰਮ ਕਰੋ, ਜਿਹਦਾ ਪੁਲਿਸ ਨੂੰ ਪਹਿਲਾਂ ਰਿਪੋਰਟ ਕਰੋ, ਜੇ ਨਹੀਂ ਫੜਦੀ ਪੁਲਿਸ ਫਿਰ ਇਹਦੇ ਧੌਣ ਭੰਨੋ, ਸਿਰ ਭੰਨੋ ਇਹਨਾਂ ਦਾ, ਤੇ ਫੇਰ ਇਹ ਜਾ ਕੇ ਸੂਤ ਆਉਣਗੇ। ਕਿਉਂਕਿ ਬਾਣੀ ਦਾ ਫਰਮਾਨ ਹੈ, ਬਾਣੀ ਦੱਸਦੀ ਹੈ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜਦੋਂ ਇਹੋ ਜਿਹੇ ਲੋਕ ਧਰਮ ਦੇ ਉੱਤੇ ਚਿਕੜ ਉਛਾਲਦੇ ਆ, ਗੁਰੂਆਂ ਤੇ ਸ਼ਹੀਦਾਂ ਤੇ, ਕੌਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਫਿਰ ਇਹੋ ਜਿਹੇ ਬੰਦਿਆਂ ਦੇ ਧੌਣ ਭੰਨੀ, ਸਿਰ ਭੰਨੇ ਸੂਤ ਆਉਂਦਾ ਹੈ। ਮੈਂ ਇਹਨਾਂ ਦੋਨਾਂ ਬੰਦਿਆਂ ਦੇ ਨਾਂ ਸਪੈਸ਼ਲੀ ਲਏ ਹੈ ਤਾਂ ਕਰਕੇ ਕਿਉਂਕਿ ਜਿਹੜਾ ਵਰੁਣ ਮਹਿਤਾ ਹੈ ਇਹ ਵੀ ਹਿੰਦੂ ਤਖਤ ਦਾ ਕੋਈ ਪ੍ਰਚਾਰਕ ਹੈ ਲੁਧਿਆਣੇ ਤੋਂ। ਇਹ ਵੀ ਬਹੁਤ ਪੁੱਠੀਆਂ ਸਿੱਧੀਆਂ ਗੱਲਾਂ, ਉਲਟੀਆਂ ਸਿੱਧੀਆਂ ਗਾਲਾਂ ਲਿਖ ਭੇਜਦਾ। ਇਨਬਾਕਸ ਦੇ ਵਿੱਚ ਜਵਾਬ ਦਿੱਤਾ ਹੈ ਦਾਸ ਨੇ, ਔਰ ਦੱਸੀ ਹੈ ਪਰਿਭਾਸ਼ਾ ਕਿ ਤਖਤ ਕੀ ਹੁੰਦੇ ਹੈ। ਸਾਡੇ ਤਖਤਾਂ ਤੋਂ ਅਫਗਾਨ ਕੰਬਦਾ ਹੈ, ਸਾਡੇ ਤਖਤਾਂ ਤੋਂ ਗੋਰਾ ਕੰਬਦਾ ਹੈ, ਫਰੰਗੀ ਕੰਬਦੇ ਹੈ, ਇਰਾਨੀਅਨ ਕੰਬਦੇ ਹੈ। ਤੁਹਾਡਾ ਤਖਤ, ਉਹਦੀ ਤਾਕਤ ਕੀ ਹੈ? ਅੱਜ ਤੁਸੀਂ ਤਖਤਾਂ ਦੇ ਮਾਲਕ ਬਣ ਗਏ। 1720 ਦਾ ਇਤਿਹਾਸ ਪੜ੍ਹੋ, ਜਦੋਂ ਗਜਨੀ ਦੇ ਵਿੱਚ ਟਕੇ ਤੇ ਮੇਲਾ ਹਿੰਦ ਲੱਗਦਾ ਸੀ, ਬੋਲੀ ਲੱਗਦੀ ਸੀ, ਕੀ ਹੁੰਦਾ ਸੀ? ਇੱਕ ਨੂੰ ਲੈਣ ਆਉਂਦੇ ਸੀ, 30 25 ਇਕੱਠੀਆਂ ਕਰਕੇ ਭੇਡਾਂ ਵਾਂਗੂ ਤੋੜ ਦਿੰਦੇ ਸੀ ਨਾਲ। ਅੱਜ ਤੁਸੀਂ ਤਖਤ ਦੇ ਮਾਲਕ ਹੋ, ਅੱਜ ਤਖਤ ਦੇ ਮਾਲਕ ਹੋਣੇ ਹੋ? ਨਹੀਂ, ਤਖਤ ਉਹਨਾਂ ਦੇ ਹੁੰਦੇ ਨੇ ਜਿਹੜੀਆਂ ਕੌਮਾਂ ਜਿਉਂਦੀਆਂ ਹੁੰਦੀਆਂ ਨੇ। ਤਖਤ ਉਹਨਾਂ ਦੇ ਹੁੰਦੇ ਹੈ ਜਿਹੜੀ ਕੌਮ ਦੇ ਵਿੱਚ ਮਰਨ ਦਾ ਜਜ਼ਬਾ ਹੋਵੇ। ਕੌਮ ਉਹ ਜਿਉਂਦੀ ਹੈ ਜਿਹੜੀ ਕੌਮ ਦੇ ਅੰਦਰ ਅਣਖ ਗੈਰਤ ਹੋਵੇ, ਜਿਨ੍ਹਾਂ ਨੇ ਹੱਥੀਂ ਬੰਨ ਕੇ 3-3 ਹਜ਼ਾਰ ਤੋਰੀ ਹੋਵੇ। ਉਹਨਾਂ ਦੇ ਤਖਤ ਨਹੀਂ ਹੁੰਦੇ। ਤਖਤੀਆਂ ਤਾਂ ਹੋ ਸਕਦੀਆਂ ਨੇ ਮਰਨ ਵਾਸਤੇ, ਪਰ ਜਿਉਣ ਵਾਸਤੇ ਤਖਤ ਨਹੀਂ ਹੁੰਦੇ। ਇਹ ਤਖਤ ਸ਼ੇਰਾਂ ਦੇ ਹੁੰਦੇ ਨੇ, ਤਖਤ ਮਰਦਾਂ ਦੇ ਹੁੰਦੇ ਨੇ, ਸੂਰਮਿਆਂ ਦੇ ਹੁੰਦੇ ਨੇ। ਇਸ ਕਰਕੇ ਇਹਨਾਂ ਲੋਕਾਂ ਨੂੰ ਜਿਹੜਾ ਤਖਤ ਜਿਹਾ ਬਣਾਈ ਫਿਰਦੇ ਆ, ਇਹਨਾਂ ਨੂੰ ਆਪਣੀ ਜ਼ੁਬਾਨ ਤੇ ਲਗਾਮ ਦੇਣੀ ਚਾਹੀਦੀ ਹੈ। ਕੌਮਾਂ ਦੇ ਵਿੱਚ ਏਕਤਾ ਰਵੇ, ਪਿਆਰ ਰਵੇ ਤਾਂ ਠੀਕ ਹੈ। ਅੱਗ ਲਾਉਣ ਦੀ ਗੱਲ ਕਰਦੇ ਆ, ਪਰ ਪੁਲਿਸ ਪਤਾ ਨਹੀਂ ਕਿੱਥੇ ਮਰ ਜਾਂਦੀ ਹੈ ਉਸ ਵੇਲੇ ਨੂੰ ਜਦੋਂ ਇਹ ਲੋਕ ਸਿੱਖ ਕੌਮ ਤੇ ਅਟੈਕ ਕਰਦੇ ਆ।
ਹਾਂ ਜੇ ਹੁਣ ਤੂੰ ਕਿਹਾ ਤੇ ਭਾਈ ਫਿਰ ਕਿਸੇ ਜਗ੍ਹਾ ਦੇ ਉੱਤੇ ਵੀ ਸੰਤਾਂ ਦੀ ਫੋਟੋ ਲੱਗੀ ਹੋਵੇ, ਤੂੰ ਫੋਟੋ ਨੂੰ ਹੱਥ ਲਾਉਣਾ ਤਾਂ ਦੂਰ ਦੀ ਗੱਲ, ਤੂੰ ਫੋਟੋ ਵੱਲੋਂ ਤਿਰਛੀਆਂ ਜੀ ਅੱਖਾਂ ਕਰਕੇ ਜਿਹੜਾ ਕਿ ਦਿਖਾ ਉਧਰ ਨੂੰ, ਤੇ ਫਿਰ ਆਈ ਨਾ ਸਿੱਧਾ ਹੋ ਕੇ ਤੈਨੂੰ ਲੱਗੇ ਪਤਾ ਵੀ ਤੂੰ ਕਿੱਧਰ ਨੂੰ ਦੇਖਦਾ ਹੈ, ਕਿਹਦੀ ਫੋਟੋ ਤੂੰ ਲਾਉਣ ਨੂੰ ਗੱਲ ਕਰਦਾ ਹੈ। ਤੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਵੀ ਸਾਡੀ ਕੌਮ ਦੇ ਸ਼ਹੀਦ ਨੇ, ਤੁਹਾਨੂੰ ਕਿੰਨੀ ਦਫਾ ਦਾਸੇ ਬੇਨਤੀ ਕਰ ਚੁੱਕਿਆ, ਤੁਸੀਂ ਕਹੇ ਜਿਹਨੂੰ 35,000 ਹਿੰਦੂ ਮਾਰਤਾ, 35,000 ਹਿੰਦੂ ਮਾਰਤਾ। ਸਿੱਖ ਨਾ ਕਾਤਲ ਹੈ, ਸਿੱਖ ਨਾ ਅੱਤਵਾਦੀ ਹੈ, ਸਿੱਖ ਨਾ ਵੱਖਵਾਦੀ ਹੈ, ਸਿੱਖ ਨਾ ਨਫ਼ਰਤ ਕਰਦਾ ਕਿਸੇ ਨਾਲ। ਸਿੱਖ ਸਭਨਾਂ ਨੂੰ ਬਰਾਬਰ ਦਾ ਦਰਜਾ ਦਿੰਦਾ। ਜਿਹਨੂੰ ਤੁਸੀਂ ਅੱਤਵਾਦੀ ਕਹਿੰਦੇ ਹੋ, ਉਸ ਯੁੱਗ ਪੁਰਸ਼ ਨੇ, ਉਸ ਮਹਾਨ ਸ਼ਹੀਦ ਨੇ, ਮਹਾਨ ਵਿਦਵਾਨ ਨੇ, ਮਹਾਨ ਗੁਰਸਿੱਖ ਸੰਤ ਨੇ। ਕਪੂਰਥਲੇ ਦੇ ਵਿੱਚ ਤੁਹਾਡੇ ਮੰਦਿਰ ਨੂੰ ਅੱਗ ਲਾਈ ਕਿਸੇ ਨੇ, ਗੀਤਾ ਦਾ ਸਰੂਪ ਫੂਕਿਆ, ਮਹਾਂਪੁਰਖ ਨੇ 5,000 ਰੁਪਇਆ ਦਿੱਤਾ ਮੰਦਿਰ ਦੀ ਉਸਾਰੀ ਵਾਸਤੇ ਤੇ ਗੀਤਾ ਲਿਆ ਕੇ ਪ੍ਰਕਾਸ਼ ਕਰਨ ਵਾਸਤੇ। ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਅੱਜ ਵੀ ਮਹਾਂਪੁਰਖਾਂ ਦਾ ਬਣਾਇਆ ਹੋਇਆ ਮੰਦਿਰ ਖੜਾ ਹੈ। ਇਤਿਹਾਸ ਬੋਲਦਾ ਹੈ ਅਜੇ ਵੀ ਗੁਰਸਿੱਖ ਜਿਉਂਦੇ ਨੇ, ਜਿਨ੍ਹਾਂ ਨੇ ਹਿੰਦੂਆਂ ਦੀਆਂ ਧੀਆਂ ਮਹਾਂਪੁਰਖਾਂ ਦੇ ਹੁਕਮ ਦੇ ਵਿੱਚ ਮੋੜ ਮੋੜ ਕੇ ਲਿਆ ਕੇ ਘਰੇ ਵਸਾਈਆਂ। ਅਜੇ ਵੀ ਸੁਬਰਾਮਨੀਅਨ ਸਵਾਮੀ ਤੁਹਾਡਾ ਲੀਡਰ ਜਿਉਂਦਾ ਹੈ, ਤੇ ਜਿਹਨੇ ਮਹਾਂਪੁਰਖਾਂ ਦੀ ਹਜ਼ੂਰੀ 'ਚ ਬੈਠੇ ਆ ਕਿਸੇ ਹਿੰਦੂ ਦੀ ਧੀ ਨੂੰ ਤੰਗ ਕਰਨ ਵਾਲੇ ਨੂੰ ਬੁਲਾ ਕੇ ਤਾੜਨਾ ਕੀਤੀ ਸੀ। ਇਹ ਹਿੰਦੂ ਦੀ ਧੀ ਨਹੀਂ, ਇਹ ਧੀ ਹੁਣ ਭਿੰਡਰਾਂ ਵਾਲੇ ਦੀ ਆ, ਜਰਾ ਦੇਖ ਕੇ ਹੱਥ ਲਾਇਓ। ਤੇ ਤੁਸੀਂ ਉਹਨੂੰ ਅੱਤਵਾਦੀ ਕਹਿੰਦੇ ਹੋ। ਅੱਤਵਾਦੀ ਉਹ ਸਨ ਜਾਂ ਅੱਤਵਾਦੀ ਆ ਨੇ ਜਿਨ੍ਹਾਂ ਨੇ ਹਾਥਰਸ ਦੇ ਵਿੱਚ ਕੁੜੀ ਦਾ ਰੇਪ ਕਰਕੇ, ਕਮੀਨਗੀ ਕਰਕੇ, ਹੱਡੀਆਂ ਤੋੜ ਕੇ ਰੀੜ ਦੀਆਂ, ਜੀਭ ਵੱਢ ਕੇ, ਤੇਲ ਪਾ ਕੇ, ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਇਹ ਅੱਤਵਾਦੀ ਨੇ ਜਾਂ ਉਹ ਅੱਤਵਾਦੀ ਨੇ? ਅੱਤਵਾਦੀ ਭਿੰਡਰਾਂ ਵਾਲੇ ਸੰਤ ਨੇ ਜਾਂ ਤੁਸੀਂ ਜੋ ਕਸ਼ਮੀਰ ਦੇ ਵਿੱਚ ਤਾਲੇ ਲਾ ਲਾ ਕੇ ਨਿਦਾਨ ਬੱਚੀਆਂ ਦੇ ਰੇਪ ਕਰਦੇ ਹੋ? ਕੌਣ ਅੱਤਵਾਦੀ ਹੈ? ਨਜ਼ਰ ਮਾਰੋ ਅੰਦਰ ਆਪਣੇ। ਸਤਿਗੁਰੂ ਸੱਚੇ ਪਾਤਸ਼ਾਹ ਨੇ, ਜੇ ਵਾਹਿਗੁਰੂ ਦੀ ਭਗਵਾਨ ਦੀ ਕਿਰਪਾ ਹੋਗੀ, ਤੁਹਾਨੂੰ ਰਾਜ ਤਖਤ ਮਿਲ ਗਿਆ। ਇੰਨੇ ਹੰਕਾਰ 'ਚ ਨਾ ਆਓ। ਆਉਣ ਵਾਲਾ ਸਮਾਂ ਕੈਸਾ ਹੈ? ਭਾਵੇਂ ਤੁਸੀਂ ਰਾਜ ਸੱਤਾ ਦੇ ਵਿੱਚ ਅੰਨੇ ਹੋ, ਤੁਸੀਂ ਖਲਕਤ ਨੂੰ, ਖੁਦਾ ਦੀ ਖਲਕਤ ਨੂੰ, ਰੱਬ ਦੀ ਜਨਤਾ ਨੂੰ ਤੁਸੀਂ ਤੰਗ ਕਰ ਰਹੇ ਹੋ, ਲੁੱਟ ਰਹੇ ਹੋ, ਕੁੱਟ ਰਹੇ ਹੋ, ਘਰਾਂ ਤੋਂ ਬੇਘਰ ਕਰ ਦਿੱਤੇ ਨੇ, ਤੁਸੀਂ ਸਤਾ ਰਹੇ ਹੋ। ਪਰ ਇੰਨਾ ਖਿਆਲ ਰੱਖ, ਇੰਨਾ ਕੁ ਖਿਆਲ ਰੱਖ ਇਸ ਸਮੇਂ ਦੇ ਹਾਕਮਾਂ, ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਪੁੱਠੀ ਹੁੰਦੀ ਹੈ ਨਾ, ਪੁੱਠੀ, ਐਸੇ ਤਖਤ ਦੇ ਉੱਤੇ ਰੰਗਜੀਤ ਬੈਠਾ ਸੀ, ਐਸੇ ਤਖਤ ਦੇ ਉੱਤੇ ਰੰਗਜੀਤ ਬੈਠਾ ਸੀ। ਤੇ ਅੱਜ ਉਹਦੀ ਕਬਰ ਦੇ ਉੱਤੇ ਔਰੰਗਾਬਾਦ ਵਿੱਚ ਜਾ ਕੇ ਦੇਖ, ਉਸ ਦੀ ਕਬਰ ਦੇ ਉੱਤੇ ਦੀਵਾ ਜਗਾਉਣ ਵਾਲਾ ਵੀ ਕੀ ਹੈ ਨਹੀਂ। ਸਿੱਖ ਜਾਂਦੇ ਆ ਹਜੂਰ ਸਾਹਿਬ ਨੂੰ, ਉਹ ਟਕਾ 2-2 ਟਕੇ ਦੇ ਕੇ ਜਾਂਦੇ ਆ ਵੀ ਇਸ ਪਾਪੀ ਦੀ ਕਬਰ ਤੇ ਦੀਵਾ ਹੀ ਜਗਾ ਦਿਓ। ਤੁਹਾਡੇ ਸਾਹਮਣੇ ਹਲੇ ਅਕਲ ਦੀਆਂ ਗੱਲਾਂ ਨੇ। ਇੰਦਰਾ ਗਾਂਧੀ ਨਰਕਾਂ ਨੂੰ ਗਈ ਹੈ, ਉਹਦੀ ਤੁਸੀਂ ਸਮਾਧੀ ਤਾਂ ਬਣਾਈ ਬੈਠੇ ਹੋ, ਸਿਰ 'ਚ ਕੌਂ ਬਿਠਾ ਕਰਦੇ ਆ, ਕੌਂ ਸਾਲ ਬਾਅਦ ਜਾ ਕੇ ਸਫਾਈ ਕਰਦੇ ਹੋ। ਜਦੋਂ ਮਰਨ ਦਿਨ ਆਉਂਦਾ, ਨਰਕਾਂ ਵਾਲਾ ਦਿਨ ਆਉਂਦਾ ਹੈ, ਉਦੋਂ ਜਾ ਕੇ ਸਫਾਈ ਮਾੜੀ ਮੋਟੀ ਕਰਦੇ ਹੋ। ਨਹੀਂ, ਸਾਲ ਪਰ 364 ਦਿਨ ਕਾਂ ਬਿਠਾ ਕਰਦੇ ਆ ਸਿਰ 'ਚ, ਕਾਂ। ਇਹ ਦਿੱਲੀ ਦੇ ਤਖਤ ਤੇ ਬੈਠਣ ਵਾਲਿਆਂ ਦੇ ਕਾਂ ਸਿਰ 'ਚ ਬਿਠਾ ਕਰਦੇ ਆ। ਔਕਾਤ ਦੇ ਵਿੱਚ ਰਹੋ, ਭੈ ਭਾਵਨੀ ਦੇ ਵਿੱਚ ਰਹੋ। ਇਹ ਨਿਰੰਕਾਰ ਕਾਲਪੁਰਖ ਵਾਹਿਗੁਰੂ ਭਗਵਾਨ ਦਾ, ਅੱਲਾ ਦਾ ਜੋ ਨਿਜ਼ਾਮ ਹੈ, ਉਹਦੇ ਮੁਤਾਬਕ ਚੱਲੋ। ਜੇ ਅੱਜ ਤੁਹਾਡੇ ਕੋਲ ਰਾਜ ਹੈ ਤੇ ਜੇ ਤਪੋਂ ਰਾਜ ਮਿਲ ਸਕਦਾ ਤਾਂ ਰਾਜੋਂ ਨਰਕ ਵੀ ਮਿਲ ਸਕਦਾ ਹੈ। ਜ਼ੁਲਮ ਨਾ ਕਰੋ। ਦੂਸਰੀ ਬੇਨਤੀ ਹੈ ਸਿੱਖਾਂ ਨੂੰ, ਭਾਈ ਸਿੱਖੋ ਪਿਆਰਿਓ, ਸਾਡੀ ਕੌਮ ਸ਼ੇਰਾਂ ਦੀ ਕੌਮ ਬਣਾਈ ਹੈ, ਮਰਦਾਂ ਦੀ, ਸੂਰਮਿਆਂ ਦੀ ਕੌਮ ਹੈ, ਤਖਤਾਂ ਵਾਲਿਆਂ ਦੀ ਕੌਮ ਹੈ, ਤਾਜਾਂ ਵਾਲਿਆਂ ਦੀ ਕੌਮ ਹੈ, ਬਾਜਾਂ ਵਾਲਿਆਂ ਦੀ ਕੌਮ ਹੈ, ਘੋੜਿਆਂ, ਜੋੜਿਆਂ, ਹਾਥੀਆਂ, ਲਸ਼ਕਰਾਂ ਵਾਲਿਆਂ ਦੀ ਕੌਮ ਹੈ। ਤੇ ਅਸੀਂ ਭੀਖ ਮੰਗਦੇ ਫਿਰਦੇ ਹਾਂ, ਕਿਰਪਾ ਕਰਕੇ ਆਹ ਕਰ ਦਿਓ, ਕਿਰਪਾ ਕਰਕੇ ਆਹ ਕਰ ਦਿਓ ਸਾਡੇ ਲਈ। ਨਹੀਂ ਪਿਆਰਿਓ, ਬਾਜਾਂ ਵਾਲੇ ਦੇ ਪੁੱਤ, ਕਲੰਗੀਆਂ ਵਾਲੇ ਦੇ ਪੁੱਤ ਵੀ ਦਮਾਲਿਆਂ ਵਾਲੇ ਨੇ। ਕਲਗੀਆਂ ਵਾਲੇ ਦੇ ਪੁੱਤ ਟੋਪੀਆਂ ਵਾਲੇ ਨਹੀਂ ਹਨ। ਜਿੰਨੀ ਦੇਰ ਟੋਪੀਆਂ ਧੋਤੀਆਂ ਵਨ ਘੁੰਮੋਗੇ, ਉਨੀ ਦੇਰ ਭੀਖੇ ਮੰਗਣੀ ਪਊਗੀ। ਮਹਾਰਾਜ ਦਾ ਬਚਨ ਪੜੋ, ਹੁਕਮ ਪੜੋ ਸੱਚੇ ਪਾਤਸ਼ਾਹ ਜੀ ਦਾ। ਦਸ਼ਮੇਸ਼ ਪਿਤਾ ਨੇ ਬਚਨ ਕੀਤਾ ਤੁਹਾਡੇ ਲਈ, ਸਾਡੇ ਲਈ। ਮਹਾਰਾਜ ਨੇ ਬਚਨ ਕੀਤਾ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਾਵੇ ਗਹਿ ਵਿਪਰਨ ਕੀ ਰੀਤ। ਵਿਪਰ ਕਹਿੰਦੇ ਆ ਬਾਹਮਣ ਨੂੰ। ਜਿਆਦੇ ਬਾਹਮਣਾਂ ਦੀਆਂ ਗੱਦੀਆਂ ਬਦੀਆਂ ਦੇ ਵਿੱਚ ਉਲਝ ਕੇ ਬਾਹਮਣਾਂ ਵਾਲੀਆਂ ਕਾਰਵਾਈਆਂ ਕਰਨ ਲੱਗ ਜੂਗਾ। ਮੈਂ ਨਾ ਕਰੋ ਇਨ ਕੀ ਪ੍ਰਤੀਤ,
ਫਿਰ ਮਹਾਰਾਜ ਕਹਿੰਦੇ ਬਿਲਕੁਲ ਹੀ ਨਹੀਂ, ਕਹਿੰਦੇ ਇਹ ਨਾ ਸਮਝੋ ਕਿ ਮੈਂ ਹੱਥ ਆਉਂਗਾ ਰੱਖਣ ਸਿਰ ਤੇ, ਬਿਲਕੁਲ ਨਹੀਂ। ਮਹਾਰਾਜ ਬਿਰਧ-ਬਾਣੀ ਦੀ ਲਾਜ ਰੱਖਦੇ ਐ। ਕਦੋਂ ਰੱਖਦੇ ਐ? ਜਦੋਂ ਸਿੱਖ ਭੈ ਭਾਵਨੀ ਦੇ ਵਿੱਚ ਹੋਵੇ। ਕੱਲ ਮੈਂ ਇੱਕ ਵਿਚਾਰ ਸੁਣਦਾ ਸੀ ਗੁਰਮੁਖਾਂ ਕੋਲੋਂ, ਕੁਝ ਕੁ ਸਮੇਂ ਦੀ ਗੱਲ ਹੈ, ਅਮਰੀਕਾ ਦੀ ਧਰਤੀ ਦੇ ਉੱਤੇ ਯੂਬਾ ਸਿਟੀ ਦੇ ਵਿੱਚ ਨਗਰ ਕੀਰਤਨ ਹੁੰਦਾ ਬਹੁਤ ਵੱਡਾ, ਤੁਸੀਂ ਵੀ ਦੇਖਦੇ ਹੋਵੋਗੇ, ਬਹੁਤ ਵੱਡਾ ਨਗਰ ਕੀਰਤਨ ਹੁੰਦਾ ਹੈ। ਉੱਥੇ ਇੱਕ ਸਿੱਖ ਬਹੁਤ ਵਧੀਆ ਪੀਲੀ ਦਸਤਾਰ ਸਿਆਹੀ ਟੂਟੀ ਵਾਲੀ, ਮੂੰਹ ਤੇ ਦਾੜਾ, ਪ੍ਰਕਾਸ਼ ਵੱਡਾ ਵੱਡਾ ਦਾੜਾ, ਔਰ ਪੀਤੀ ਹੋਈ ਸ਼ਰਾਬ ਉਹਨੇ ਨਗਰ ਕੀਰਤਨ ਜਾ ਵੜਿਆ। ਤੇ ਜਿਹੜੇ ਸੱਜਣ ਉੱਥੇ ਨਗਰ ਕੀਰਤਨ ਦੇ ਕੋਈ ਪ੍ਰਬੰਧਕ ਸੇਵਾਦਾਰ ਸਨ, ਉਹਨਾਂ ਨੇ ਉਹਨੂੰ ਸਾਈਡ ਤੇ ਕਰਕੇ ਪੁੱਛਿਆ, ਉਹ ਤੇਰੀ ਸ਼ਰਾਬ ਪੀਤੀ ਹੋਈ ਹੈ, ਤੈਨੂੰ ਸ਼ਰਮ ਨਹੀਂ ਆਈ? ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਨਗਰ ਕੀਰਤਨ ਹੋ ਰਿਹਾ ਹੈ, ਤੇ ਤੂੰ ਸ਼ਰਾਬ ਪੀ ਕੇ ਆ ਵੜੇ ਅੰਦਰ? ਤੇ ਉਹ ਬੰਦਾ ਘਬਰਾਇਆ ਹੋਇਆ ਵੀ ਹੁਣ ਮੇਰੀ ਬੇਇੱਜ਼ਤੀ ਹੋਊਗੀ, ਦਾੜੀ ਰੱਖੀ ਹੋਈ ਹੈ, ਸਿਰ ਤੇ ਪੀਲੀ ਦਸਤਾਰ ਸਿਆਹੀ ਹੈ, ਤੇ ਮੇਰੀ ਬੇਇੱਜ਼ਤੀ ਹੋਊ, ਪੂਰੀ ਕੌਮ ਦੇ ਵਿੱਚ ਹੇਠੀ ਹੋਊਗੀ, ਲੋਕਾਂ ਨੇ ਮੂੰਹ ਨਹੀਂ ਲਾਉਣਾ ਸ਼ਰਾਬ ਪੀਂਦਾ ਹੈ। ਉਹ ਉੱਥੋਂ ਭਾਈ ਆਪਣੀ ਕਾਰ ਦੇ ਵਿੱਚ ਜਾ ਬੈਠਿਆ, ਕਾਰ ਸਟਾਰਟ ਕੀਤੀ ਤੇ ਉਹ ਆਪਣਾ ਨਿਕਲ ਗਿਆ ਉੱਥੋਂ ਬਾਹਰ। ਤੇ ਹੁਣ ਸ਼ਰਾਬੀ ਬੰਦਾ ਸਿੱਧਾ ਤੁਰ ਨਹੀਂ ਸਕਦਾ, ਗੱਡੀ ਸਿੱਧੀ ਕਿੱਦਾਂ ਚੱਲੇ? ਹੁਣ ਗੱਡੀ ਕਦੇ ਇੱਧਰ ਨੂੰ ਜਾਂਦੀ ਹੈ, ਕਦੇ ਉੱਧਰ ਨੂੰ ਜਾਂਦੀ ਹੈ। ਹੁਣ ਇੰਡੀਆ ਤਾਂ ਹੈ ਨਹੀਂ ਕਿ ਜਿੱਥੇ ਕੋਈ ਕੈਮਰਾ ਹੀ ਨਹੀਂ ਹੈਗਾ, ਜਿੱਥੇ ਵੱਡੇ ਵੱਡੇ ਕਾਂਡ ਹੋ ਜਾਂਦੇ ਆ, ਧੀਆਂ ਭੈਣਾਂ ਦੇ ਰੇਪ ਹੋ ਕੇ ਕਤਲ ਵੀ ਹੋ ਜਾਂਦੇ ਆ, ਅੱਗ ਲਾ ਕੇ ਫੂਕੀਆਂ ਵੀ ਜਾਂਦੀਆਂ ਨੇ, ਕੋਈ ਫੋਟੋ ਨਹੀਂ ਖਿੱਚਣ ਦਿੰਦੇ, ਤਸਵੀਰ ਨਹੀਂ ਆਉਣ ਦਿੰਦੇ। ਉੱਥੇ ਗੁੰਡਾ ਰਾਜ ਤਾਂ ਹੈ ਨਹੀਂਗਾ, ਉੱਥੇ ਤਾਂ ਥਾਂ ਥਾਂ ਤੇ ਕੈਮਰੇ ਲੱਗੇ ਹੋਏ ਆ। ਜਦੋਂ ਗੱਡੀ ਮੋਟਰਵੇ ਤੇ ਚੜੀ, ਉਹ ਕਦੇ ਇੱਧਰ ਨੂੰ ਜਾਵੇ, ਕਦੇ ਉੱਧਰ ਨੂੰ ਜਾਵੇ, ਕਦੇ ਇੱਧਰ ਜਾਵੇ, ਕਦੇ ਉੱਧਰ ਜਾਵੇ। ਉੱਥੇ ਇੱਕ ਸ਼ੈਰਫ, ਆਪਾਂ ਪੁਲਿਸਮੈਨ ਕਹਿੰਦੇ ਆ, ਉੱਥੇ ਸ਼ੈਰਫ ਕਹਿੰਦੇ ਆ। ਕੈਮਰੇ ਦੇ ਵਿੱਚ ਦੇਖਿਆ ਸ਼ੈਰਫ ਡਿਪਾਰਟਮੈਂਟ ਨੇ ਵੀ ਇਹ ਗੱਡੀ ਘੁੰਮਦੀ ਜਾਂਦੀ ਹੈ, ਵੀ ਸ਼ਾਇਦ ਇਸ ਬੰਦੇ ਨੇ ਕੋਈ ਡਰੱਗ ਕੀਤੀ ਹੋਈ ਹੈ, ਜਾਂ ਬੰਦਾ ਟਾਇਰਡ ਹੈ, ਕਿਤੇ ਦੂਰੋਂ ਲੰਬੇ ਸਫ਼ਰ ਤੋਂ ਆਇਆ, ਕਿਤੇ ਐਕਸੀਡੈਂਟ ਨਾ ਹੋ ਜਾਵੇ। ਉਹਨਾਂ ਨੇ ਗੱਡੀ ਫੋਲੋ ਕੀਤੀ, ਸਾਇਰਨ ਮਾਰਿਆ, ਗੱਡੀ ਰੋਕ ਲਈ। ਪੁਲਿਸ ਅਫੀਸਰ ਨੇ ਗੱਡੀ ਅੱਗੋਂ ਜਾ ਕੇ ਲਾਈ, ਤੇ ਜਾ ਕੇ ਇਹ ਨਹੀਂ ਵੀ ਸਾਡੇ ਇੰਡੀਆ ਵਾਲੀ ਪੁਲਿਸ ਵਾਂਗੂ ਜਾ ਕੇ 35-36 ਗਾਲਾਂ ਕੱਢੀਆਂ ਪਹਿਲਾਂ, ਫਿਰ ਪੱਗ ਲਾਹੀ, ਫਿਰ ਦਾੜੀ ਪੱਟੀ, ਫਿਰ ਥੱਲੇ ਲਾਹਿਆ। ਨਾ ਨਾ ਨਾ, ਬਾਹਰਲੇ ਮੁਲਕਾਂ ਦੇ ਵਿੱਚ ਸਰ ਕਹਿ ਕੇ ਬੁਲਾਉਂਦੇ ਆ, ਸਰ ਕਹਿ ਕੇ, ਬੇਇੱਜ਼ਤੀ ਨਹੀਂ ਕਰਦੇ, ਸਰ ਕਹਿ ਕੇ ਬੁਲਾਉਂਦੇ ਆ। ਜਿੰਨੀ ਦੇਰ ਜੁਰਮ ਇਕਬਾਲ ਨਾ ਹੋ ਜਾਵੇ, ਬੰਦਾ ਪ੍ਰੂਫ ਨਾ ਹੋ ਜਾਵੇ ਗੁਨਾਹਗਾਰ ਹੈ, ਉਨੀ ਦੇਰ ਤੱਕ ਉਸ ਬੰਦੇ ਨੂੰ ਹੱਥਕੜੀ ਨਹੀਂ ਲਾਉਂਦੇ। ਸਰ ਕਹਿ ਕੇ ਗੱਲ ਕਰਦੇ ਆ, ਹੱਥ ਆਪਣੇ ਪਿੱਛੇ ਕਰਕੇ ਗੱਲ ਕਰਦੇ ਆ। ਇਹ ਇੰਡੀਆ ਵਾਲਾ ਗੰਦਾ ਕਾਨੂੰਨ ਨਹੀਂ ਹੈ। ਅੰਨਾ ਕਾਨੂੰਨ ਵੀ ਆ ਕੇ ਦੇ ਡਾਂਗ, ਦੇ ਡਾਂਗ, ਦੇ ਸੋਟਾ, ਦੇ ਲੱਤ ਤੋੜਦੀ, ਬਾਂਹ ਤੋੜਦੀ, ਦਾੜੀ ਪੱਟਦੀ, ਪੱਗ ਲਾ ਲਈ, ਇਹ ਕੰਮ ਨਹੀਂ ਹੈ। ਉਹਨਾਂ ਨੇ ਸਿੱਖ ਦੀ ਗੱਡੀ ਰੋਕੀ, ਪਿੱਛੋਂ ਇੱਕ ਗੱਡੀ ਪੁਲਿਸ ਦੀ ਹੋਰ ਆ ਗਈ, ਉਹ ਗੱਡੀ ਪਿੱਛੇ ਲੱਗ ਗਈ, ਗੱਡੀ ਮੂਹਰੇ ਲੱਗ ਗਈ। ਜਿਹੜੀ ਗੱਡੀ ਪਿੱਛੇ ਸੀ ਉਹਦੇ ਵਿੱਚ ਵੱਡਾ ਸਾਰਜੈਂਟ ਬੈਠਾ ਸੀ, ਵੱਡਾ ਅਫੀਸਰ, ਅੱਗੇ ਗੱਡੀ ਦੇ ਵਿੱਚ ਸੀਗਾ ਸਿਪਾਹੀ। ਗੱਡੀ ਰੋਕੀ, ਉਹਨੇ ਸਰ ਕਹਿ ਕੇ ਪੁੱਛਿਆ ਕਿ ਸਰ ਆਪਣਾ ਲਾਇਸੈਂਸ ਦਿਓ। ਲਾਇਸੈਂਸ ਦੇਖਿਆ, ਦੇਖਣ ਲੱਗ ਗਿਆ, ਸਰਚ ਕਰਨ ਲੱਗ ਗਿਆ, ਗੱਡੀ ਦੀ ਇੰਸ਼ੋਰੈਂਸ ਹੈ, ਕੀ ਕੰਮ ਕਰਦਾ ਬੰਦਾ, ਕੌਣ ਹੈ। ਇਹ ਜਦੋਂ ਸਾਰਾ ਕੁਝ ਚੈੱਕ ਕਰਨ ਲੱਗਿਆ ਤਾਂ ਪਿੱਛੇ ਅਫੀਸਰ ਨੇ ਗੱਡੀ ਦੇ ਵਿੱਚ ਬੈਠੇ ਨੇ ਦੇਖ ਲਿਆ ਵੀ ਇਹ ਸਿੱਖ ਦੇ ਸਿਰ ਤੇ ਪੱਗ ਹੈ, ਦਾੜਾ ਖੁੱਲਾ ਹੈ। ਦੇਖੋ ਗੁਰੂ ਕਿਸ ਤਰ੍ਹਾਂ ਪ੍ਰਤੀਪਾਲ ਕਰਦਾ, ਬਿਰਧ-ਬਾਣੀ ਦੀ ਲਾਜ ਰੱਖਦਾ ਹੈ। ਅਸੀਂ ਤਾਂ ਛੱਡੇ ਕੁਝ ਨਹੀਂ, ਨਾ ਸਾਡੇ ਸਿਰ ਤੇ ਪੱਗ ਰਹੀ ਹੈ, ਨਾ ਸਾਡੇ ਮੂੰਹ ਤੇ ਦਾੜਾ ਰਿਹਾ ਹੈ। ਤੇ ਭਾਈ ਅਸੀਂ ਤਾਂ ਸਾਡੀ ਪ੍ਰਤੀਪਾਲਣਾ ਸਤਿਗੁਰੂ ਕਰੇ ਕਿਵੇਂ? ਸਤਿਗੁਰੂ ਕਿਵੇਂ ਸਾਡੀ ਦੇਖ ਰੇਖ ਕਰੇ, ਕਿਵੇਂ ਸਿਰ ਤੇ ਮਿਹਰ ਭਰੇ ਹੱਥ ਰੱਖੇ? ਸਿਰ ਤੇ ਹੱਥ ਰੱਖਣ ਨੂੰ ਜਗ੍ਹਾ ਨਹੀਂ ਛੱਡੀ, ਅਸੀਂ ਛੱਡੇ ਕੁਛ ਨਹੀਂ। ਤੇ ਗੁਰੂ ਹੱਥ ਰੱਖੇ ਕਿੱਥੇ? ਕੇਸ ਗੁਰੂ ਦੀ ਮੋਹਰ ਹੈ, ਕੇਸ ਨਹੀਂ ਛੱਡੇ ਨਹੀਂ। ਹੁਣ ਗੁਰੂ ਹੱਥ ਕਿੱਥੇ ਰੱਖੇ? ਤੇ ਹੁਣ ਤਾਂ ਭਾਈ ਜਿਨ੍ਹਾਂ ਦੀਆਂ ਦੁਕਾਨਾਂ 'ਚ ਫਿਰ ਜਾ ਕੇ ਮਨਾਉਨੇ ਆ, ਚੰਗੇ ਭਲੇ ਮਰਦਾਂ ਦੇ ਪੁੱਤ ਬੈਠ ਜਾਂਦੇ ਭੇਡੂ ਬਣ ਕੇ ਮੂਹਰੇ, ਫਿਰ ਤਾਂ ਉਹੀ ਹੱਥ ਰੱਖਣਗੇ। ਫਿਰ ਤਾਂ ਜਾਂ ਨਾਈ ਰੱਖੂ, ਤੇ ਜਾਂ ਭਾਈ ਫਿਰ ਬਾਬਰ ਕੇ ਰੱਖਣਗੇ, ਜਿਹਨੂੰ ਪੁਲਿਸ ਵਾਲੇ ਤੁਸੀਂ ਕਹਿੰਦੇ ਹੋ, ਜਾਂ ਫਿਰ ਬਾਬਰ ਕੇ ਹੱਥ ਰੱਖਣਗੇ ਸਿਰ ਤੇ। ਗੁਰੂ ਤਾਂ ਨਹੀਂ ਰੱਖਣ ਲੱਗਿਆ। ਜੇ ਗੁਰੂ ਕੀ ਮੋਹਰ ਹੋਏਗੀ ਮੂੰਹ ਤੇ ਸਿਰ ਦੇ ਉੱਤੇ, ਗੁਰੂ ਫੇਰ ਹੱਥ ਰੱਖੇਗਾ। ਪੁਲਿਸ ਅਫੀਸਰ ਨੇ ਦੇਖਿਆ, ਵੱਡੇ ਨੇ, ਇਹਦੇ ਮੂੰਹ ਤੇ ਦਾੜਾ ਹੈ, ਇਹ ਸਿੱਖ ਹੈ, ਸਿਰ ਤੇ ਪੱਗ ਬੰਨੀ ਹੋਈ ਹੈ। ਤੇ ਉਹ ਹਲੇ ਅਫੀਸਰ ਲਾਇਸੈਂਸ ਚੈੱਕ ਕਰਦਾ, ਉਹਨੇ ਪਿੱਛੋਂ ਬੈਠੇ ਨੇ ਆਪਣੀ ਬੋਕੀ ਟੋਕੀ ਦੇ ਰਾਹੀਂ ਉਹਨੂੰ ਦੱਸਿਆ ਕਿ ਮੈਂ ਸਿੱਖ ਧਰਮ ਬਾਰੇ ਪੁਲਿਸ ਡਿਪਾਰਟਮੈਂਟ ਵਿੱਚ ਰਹਿੰਦੇ ਹੋਏ ਪੂਰੀ ਸਟੱਡੀ ਕੀਤੀ ਹੈ ਕਿ ਜਿਹਦੇ ਮੂੰਹ ਤੇ ਦਾੜੀ ਹੋਵੇ, ਸਿਰ ਤੇ ਪੱਗ ਹੋਵੇ, ਉਹ ਗੁਰੂ ਨੂੰ ਪਿਆਰ ਕਰਨ ਵਾਲੇ ਸਿੱਖ ਹੁੰਦੇ ਆ। ਉਹ ਸ਼ਰਾਬ ਨਹੀਂ ਪੀਂਦੇ, ਉਹ ਚੋਰੀ ਨਹੀਂ ਕਰਦੇ, ਉਹ ਧੋਖਾ ਫਰੇਬ ਠੱਗੀ ਨਹੀਂ ਕਰਦੇ। ਦੇਖੀ ਕਿਤੇ ਇਹਨੂੰ ਗੱਡੀ ਚੋਂ ਥੱਲੇ ਨਾ ਤਾਰ ਲਈ।
ਇਹ ਤੈਨੂੰ ਸੂ ਕਰ ਦੇਗਾ ਕਿ ਇਹਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੈਨੂੰ ਸਿੱਖ ਹੋਣ ਦੇ ਨਾਤੇ ਥੱਲੇ ਲਾਹਿਆ ਨੇ, ਤੇ ਤੇਰੇ ਤੇ ਕੇਸ ਬਣ ਸਕਦਾ ਹੈ। ਪੁਲਿਸ ਅਫੀਸਰ ਨੇ ਚੁੱਪ ਕਰਕੇ ਲਾਇਸੈਂਸ ਫੜਾਤਾ, ਸਲੂਟ ਮਾਰਿਆ। ਗੁਰੂ ਸਾਹਿਬ ਤਾਂ ਸਾਡੀ ਦਾੜਾ ਰੱਖਿਆ ਹੋਇਆ, ਸਿਰ ਤੇ ਪੱਗ ਹੈ, ਸਾਡੀਆਂ ਗਲਤੀਆਂ ਤੇ ਸਾਡੀਆਂ ਕੁਤਾਹੀਆਂ ਤੇ ਵੀ ਸਾਡੀ ਆਪਣੇ ਬਿਰਦਵਾਣੇ ਦੀ ਲਾਜ ਰੱਖਦੇ ਨੇ, ਆਪਣੇ ਸਰੂਪਾਂ ਦੀ ਲਾਜ ਰੱਖਦੇ ਆ ਸੱਚੇ ਪਾਤਸ਼ਾਹ। ਤੇ ਅਸੀਂ ਪਿਆਰਿਓ ਗੁਰੂ ਦਾ ਬਚਨ ਮੰਨਣ ਨੂੰ ਤਿਆਰ ਨਹੀਂ। ਸਾਡੀ ਪ੍ਰਤਪਾਲਣਾ ਕਰੇ ਕੌਣ? ਸਾਡੇ ਸਿਰ ਤੇ ਹੱਥ ਕੌਣ ਰੱਖੇ? ਪੂਰੀ ਕੌਮ ਰੌਲਾ ਪਾ ਰਹੀ ਹੈ, ਕੌਮ ਲੀਡਰਲੈਸ ਹੈ, ਕੌਮ ਲੀਡਰਲੈਸ ਹੈ। ਜਿਸ ਕੌਮ ਦੇ ਕੋਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ, ਖੰਡਾਂ ਬ੍ਰਹਮੰਡਾਂ ਦੇ ਮਾਲਕ ਹੋਣ, ਸਿੱਖ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਹੋ ਸੱਚੇ ਪਾਤਸ਼ਾਹ ਹੋਣ, ਜਿਸ ਕੌਮ ਦੇ ਸਿਰ ਤੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦਾ ਹੱਥ ਹੋਵੇ, ਦਸ਼ਮੇਸ਼ ਪਿਤਾ ਲੀਡ ਕਰਦੇ ਹੁਣ ਕੌਮ ਨੂੰ, ਔਰ ਦਸ਼ਮੇਸ਼ ਪਿਤਾ ਦੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਅਵਰ ਵਾਸਨਾ ਨਾਹੇ ਪ੍ਰਭ ਧਰਮ ਯੁੱਧ ਕੈ ਚਾਹੇ, ਆਪਣੇ ਹੱਕ ਲੈਣ ਦੀ ਉਹ ਗੱਲ ਕੀਤੀ ਗਈ ਹੋਵੇ, ਤੇ ਅਜੇ ਅਸੀਂ ਹੋਰ ਲੀਡਰ ਪਾਲਦੇ ਫਿਰਦੇ ਹਾਂ। ਹਾਂ, ਜਰਨੈਲ ਲੱਭੋ ਲੜਨ ਵਾਸਤੇ ਸਾਡੀ ਕੌਮ ਦਾ ਏਕਾ ਹੋਵੇ। ਉਹ ਦੇਖੋ ਕਿਸ ਤਰੀਕੇ ਨਾਲ ਦੁਸ਼ਮਣ ਕਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਉੱਤੇ ਵਾਰ-ਵਾਰ ਬੌਧਿਕ ਹਮਲੇ ਕਰ ਰਿਹਾ। ਹੁਣ ਨਵਾਂ ਹਮਲਾ ਕੁਝ ਦਿਨਾਂ ਤੱਕ ਮੇਰੇ ਖਿਆਲ ਸ਼ਾਇਦ ਸਵੇਰੇ ਹੀ ਹੈ, ਰਵਿਦਾਸੀਆ ਕਮਿਊਨਿਟੀ ਨੂੰ ਵੱਖਰੇ ਕਰਕੇ ਉਹਨੂੰ ਕਹਿੰਦੇ ਨੇ ਤੁਹਾਡਾ ਹੱਕ ਦਿਵਾਉਣੇ ਆ ਤੁਹਾਨੂੰ ਦਰਬਾਰ ਸਾਹਿਬ 'ਚ ਪਰਿਕਰਮਾ ਕਰਨ ਵਾਸਤੇ। ਮੇਰੀ 53 ਸਾਲ ਦੀ ਉਮਰ 52 ਸਾਲ ਦੀ ਹੋ ਚੱਲੀ ਹੈ ਪਿਆਰਿਓ। ਮੈਂ ਤਾਂ ਕੋਈ ਦੇਖਿਆ ਨਹੀਂ ਗੁਰਦੁਆਰੇ ਵਿੱਚੋਂ ਕਿਸੇ ਨੂੰ ਬਾਹਰ ਕੱਢਦਾ ਕਿ ਤੂੰ ਚਮਾਰ ਹੈ ਚੱਲ ਬਾਹਰ, ਤੂੰ ਦੁਖਾਨ ਹੈ ਚੱਲ ਬਾਹਰ, ਤੂੰ ਜੱਟ ਹੈ ਚੱਲ ਬਾਹਰ, ਤੂੰ ਚੂੜਾ ਹੈ ਤੂੰ ਚੱਲ ਬਾਹਰ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜਿਹੜਾ ਵੀ ਆ ਜਾਂਦਾ ਨਿਹਾਲ ਹੋ ਕੇ ਜਾਂਦਾ ਹੈ। ਉੱਥੇ ਤਾਂ ਕੀ ਗੋਰੇ, ਕੀ ਕਾਲੇ, ਕੀ ਅਫਗਾਨੀ, ਕੀ ਪਾਕਿਸਤਾਨੀ, ਕੀ ਬੰਗਾਲੀ, ਜਿਹੜਾ ਵੀ ਆਉਂਦਾ ਭਾਈ ਤਾਂ ਸੱਚੇ ਪਾਤਸ਼ਾਹ ਦੇ ਦਰ ਤੇ ਖੁਸ਼ੀਆਂ ਲੈ ਕੇ ਝੋਲੀ ਭਰ ਕੇ ਜਾਂਦਾ ਹੈ। ਪਰ ਇਹ ਹਿੰਦੂ ਤਾਂ ਵੀ ਸੋਚ ਸਿੱਖ ਕੌਮ ਨੂੰ ਦਫਾੜ ਕਰਨ ਵਾਸਤੇ, ਟੁਕੜੀਆਂ ਟੁਕੜੀਆਂ ਕਰਨ ਵਾਸਤੇ ਕਿਸੇ ਪਾਸੇ ਘਰੇਟੇ ਤਿਆਰ ਕਰ ਰਹੀ ਹੈ, ਕਿਸੇ ਪਾਸੇ ਰਵਿਦਾਸੀਏ ਤਿਆਰ ਕਰ ਰਹੀ ਹੈ, ਉਹਨਾਂ ਨੂੰ ਨਿਰਮਲਿਆਂ ਦੇ ਵਿੱਚ ਬਦਲ ਰਹੀ ਹੈ, ਅੰਮ੍ਰਿਤ ਤੋਂ ਦੂਰ ਕਰ ਰਹੇ ਨੇ, ਕਕਾਰਾਂ ਸ਼ਾਸਤਰਾਂ ਤੋਂ ਦੂਰ ਕਰ ਰਹੇ ਨੇ। ਕਿਸੇ ਪਾਸੇ ਸਿੱਖ ਧਰਮ ਦੇ ਵਿੱਚ ਸੰਤ ਮਤ ਦੇ ਸਰੂਪ ਦੇ ਵਿੱਚ ਪੈਦਾ ਕਰਕੇ ਢੱਡਰੀਆਂ ਵਾਲੇ ਵਰਗੇ, ਪੰਥ ਪ੍ਰੀਤ ਵਰਗੇ ਉਹ ਸਿੱਖ ਬੱਚਿਆਂ ਦੇ ਕਕਾਰ ਲਹਾ ਰਹੇ ਨੇ। ਪਿਆਰਿਓ, ਇਹ ਰਾਜਨੀਤੀ ਨੂੰ ਸਾਨੂੰ ਸਮਝਣਾ ਪਊਗਾ। ਕਿੰਨੇ ਕਮੀਣੇਪਣ ਤੇ ਉਤਰ ਆਏ ਨੇ ਸਿੱਖ ਬੱਚਿਓ, ਸਿੱਖ ਭੈਣ ਭਰਾਵੋ। ਜਿੰਨੀ ਦੇਰ ਅਸੀਂ ਅੰਮ੍ਰਿਤਧਾਰੀ ਨਹੀਂ ਹੁੰਦੇ ਸਾਡੀ ਕਿਸੇ ਨੇ ਬਾਹ ਨਹੀਂ ਫੜਨੀ। ਦੁਨੀਆ ਦੇ ਵਰਲਡ ਦੇ ਵਿੱਚ ਸਿੱਖ ਦਾ ਕੋਈ ਨਹੀਂ। ਹੁਣ ਮੈਂ ਕੱਲ ਇੱਕ KTV ਤੇ ਵਿਚਾਰ ਸੁਣ ਰਿਹਾ ਸੀਗਾ, ਏਕਤਾ ਦੀ ਕਹਿੰਦੇ ਗੱਲ ਹੋਣੀ ਚਾਹੀਦੀ ਹੈ। ਨਵੀਂ ਸੰਸਥਾ ਬਣੀ ਹੈ, ਪੁਰਾਣੀ ਸੰਸਥਾ ਕੈਂਸਲ ਕਰਕੇ ਨਵੀਂ ਸੰਸਥਾ ਬਣਾਈ ਹੈ, ਉਹਦੇ ਬਾਰੇ ਵਿਚਾਰ ਚੱਲਦੇ ਸੀ। ਮੇਰੇ ਖਿਆਲ ਮਨ ਦੇ ਵਿੱਚ ਆਇਆ, ਜਿਸ ਗਵਰਨਮੈਂਟ ਨੇ, ਇੱਥੋਂ ਦੀ ਸਰਕਾਰ ਨੇ 1984 ਦੇ ਵਿੱਚ ਇੰਦਰਾ ਗਾਂਧੀ ਦੀ ਮਦਦ ਕਰਕੇ 33 ਸਾਲ ਇਹ ਗੱਲ ਲੁਕੋ ਕੇ ਰੱਖੀ ਸਿੱਖਾਂ ਤੋਂ। 33 ਸਾਲ ਕੇ ਸਾਡਾ ਵੀ ਵਿੱਚ ਇਨਵੋਲਵਮੈਂਟ ਸੀਗੀ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਸਤੇ। 33 ਸਾਲ ਤੱਕ ਗੱਲ ਦੀ ਭਾਫ ਨਹੀਂ ਨਿਕਲ ਦਿੱਤੀ। ਸਿੱਖਾਂ ਦੀਆਂ ਵੋਟਾਂ ਵੀ ਲੈਂਦੇ ਰਹੇ, ਸਿੱਖਾਂ ਦੇ ਨਾਲ ਤੁਰੇ ਵੀ ਫਿਰਦੇ ਰਹੇ। ਪਰ ਅੱਜ ਸਾਡੇ ਸਿੱਖ ਫੇਰ ਖਖੜੀਆਂ ਕਰੇਲੇ ਹੋ ਕਰਕੇ, ਕੋਈ ਕਹਿੰਦਾ ਮੈਨੂੰ ਈਮੇਲ ਕਰੋ ਸਰਕਾਰ, ਮੈਂ ਨੁਮਾਇੰਦਾ ਸਿੱਖ ਕੌਮ ਦਾ, ਕੋਈ ਕਹਿੰਦਾ ਮੈਂ ਹੈ, ਕੋਈ ਕਹਿੰਦਾ ਮੈਂ ਹੈ। ਯਾਦ ਰੱਖਿਓ, ਬਹੁਤੇ ਡੂਮਾਂ ਦੀ ਢੱਡ ਨਹੀਂ ਵੱਜਦੀ ਹੁੰਦੀ। ਕੋਈ ਗ੍ਰਾਮ ਚ ਗਾਉਣ ਵਾਲਾ ਹੁੰਦਾ, ਕੋਈ ਦੂਜੇ ਕਾਲੇ ਸਾਹ ਤੇ ਗਾਉਣ ਵਾਲਾ ਹੁੰਦਾ, ਕੋਈ ਤੀਜੇ ਤੇ, ਕੋਈ ਪੰਚਮ ਚ ਗਾਉਣ ਵਾਲਾ ਹੁੰਦਾ। ਜਿਹੜੀ ਢੱਡ ਹੁੰਦੀ ਹੈ ਉਹ ਸੁਰ ਕਰਦੇ ਫਟ ਜਾਂਦੀ ਹੈ। ਇਸ ਕਰਕੇ ਪਿਆਰਿਓ, ਆਪਣੀ ਕੌਮ ਦੀ ਇਕੱਤਰਤਾ, ਕੌਮ ਦਾ ਦਰਦ ਦੇਖੋ, ਕੌਮ ਨਾਲ ਹੋ ਕੀ ਰਿਹਾ। ਇੱਥੇ ਗੁਰਸਿੱਖਾਂ ਨੇ ਰੈਲੀ ਕੱਢੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ। ਦੇਖੋ ਸਰਕਾਰ ਦੀ ਕੈਸੀ ਨੀਅਤ ਹੈ। ਰੈਲੀ ਕਾਰਾਂ ਦੇ ਵਿੱਚ ਕੱਢੀ ਹੈ, ਕੋਈ ਰੋਡ ਤੇ ਬਾਹਰ ਨਹੀਂ ਨਿਕਲਿਆ, ਕਾਰਾਂ ਦੇ ਵਿੱਚ ਸਾਰੇ ਤੁਰ ਕੇ ਕਾਰਾਂ ਵਿੱਚ ਚੱਲ ਕੇ ਗਏ ਹੈ। ਪਰ ਸਿੱਖ ਨੌਜਵਾਨ ਨੂੰ 10,000 ਪਾਉਂਡ ਦਾ ਜੁਰਮਾਨਾ ਠੋਕਤਾ ਅਗਲਿਆਂ ਨੇ, ਡਰ ਫੈਲਾਉਣ ਵਾਸਤੇ ਵੀ ਤੁਸੀਂ ਬਾਹਰ ਨਿਕਲੇ ਹੋ, ਇੰਡੀਆ ਗਵਰਨਮੈਂਟ ਦੇ ਖਿਲਾਫ ਬੋਲਦੇ ਹੋ। ਉਹ ਤਾਂ ਇੰਡੀਆ ਤੋਂ ਬਿਨਾਂ ਸਾਹ ਨਹੀਂ ਲੈਂਦੇ। ਤੇ ਸਾਡੇ ਕੁਝ ਐਸੇ ਸਿਆਸੀ ਬੰਦੇ ਹੈ, ਸਿਆਸਤ ਦਾ ਲਾਹਾ ਲੈਣ ਵਾਲੇ, ਤੇ ਉਹ ਉਹਨਾਂ ਨੂੰ ਸਾਹ ਨਹੀਂ ਆਉਂਦਾ ਸਰਕਾਰਾਂ ਤੋਂ ਬਿਨਾਂ। ਮਤਲਬ ਮੇਰਾ ਕਹਿਣ ਦਾ ਇਹ ਹੈ ਕਿ ਭਾਈ, ਜੇ ਤੁਸੀਂ ਗੁਰੂ ਵੱਲ ਨੂੰ ਮੁੱਖ ਨਾ ਕੀਤਾ, ਜੇ ਗੁਰੂ ਵਾਲੇ ਨਾ ਬਣੇ, ਦਾੜੀ ਕੇਸ ਨਾ ਰੱਖੇ, ਅੰਮ੍ਰਿਤਧਾਰੀ ਨਾ ਹੋਏ, ਕੌਮ ਦੇ ਵਿੱਚ ਅਸੀਂ ਏਕਤਾ ਨਾ ਕੀਤੀ, ਚੌਧਰਪੁਣਾ ਨਾ ਛੱਡਿਆ,
ਗੋਲਕਾ ਲੁੱਟਣ ਦੀ ਖਾਤਰ ਆਪਣੀਆਂ ਟੰਗਾਂ ਨਾ ਪਸਾਉਣੀਆਂ ਛੱਡੀਆਂ ਧਰਮ ਦੇ ਮਸਲੇ ਦੇ ਵਿੱਚ ਇੱਕ ਨਾ ਹੋਏ, ਪੰਚ ਪ੍ਰਵਾਨ ਪੰਚ ਪ੍ਰਧਾਨ ਵਾਲੀ ਮਰਜ਼ਾਦਾ ਦੇ ਉੱਤੇ ਨਾ ਤੁਰੇ ਤੇ ਇਹ ਸਾਨੂੰ ਚੁਣ ਚੁਣ ਕੇ ਮਾਰਨਗੇ, ਚੁਣ ਚੁਣ ਕੇ ਲੁੱਟਣਗੇ, ਕੁੱਟਣਗੇ। ਸਾਡਾ ਕਿਤੇ ਵੀ ਸਾਨੂੰ ਹੱਕ ਨਹੀਂ ਮਿਲਣਾ, ਕਿਸੇ ਪਾਸਿਓਂ ਵੀ ਸਾਨੂੰ ਸਾਡੀ ਕਿਸੇ ਨੇ ਗੱਲ ਨਹੀਂ ਕੋਈ ਸੁਣਨੀ। ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਸਾਡੀ ਗੱਲ ਸੁਣੋ, ਉਹਨਾਂ ਲੋਕਾਂ ਨੇ ਤੇ ਸਾਡੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਹੈ। ਉਹਨਾਂ ਲੋਕਾਂ ਨੇ ਪਿਆਰਿਓ ਸਾਡਾ ਅਕਾਲ ਤਖਤ ਸਾਹਿਬ ਢਵਾਇਆ ਨਾਲ ਰਲ ਕੇ। 33 ਸਾਲ ਬਾਅਦ ਇਹ ਗੱਲ ਜਗ ਜ਼ਾਹਰ ਕੀਤੀ ਹੈ ਕਿ ਹਾਂ ਸਾਡੀ ਫੌਜ ਵਿੱਚ ਗਈ ਸੀ ਟ੍ਰੇਨਿੰਗ ਦੇਣ ਵਾਸਤੇ। ਤੇ ਜਿਹੜਾ ਕੁਝ ਅੱਜ ਹੋ ਰਿਹਾ ਹੈ ਇਹ ਵੀ 33 ਸਾਲ 30 ਸਾਲ ਬਾਅਦ, ਕਿਤੇ 50 ਸਾਲ ਬਾਅਦ ਸ਼ਾਇਦ ਗੱਲ ਬਾਹਰ ਨਿਕਲੂਗੀ। ਪਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਉਸ ਤੋਂ ਪਹਿਲਾਂ ਸਿੱਖਾਂ ਲਈ ਹੁਕਮ ਹੈ, ਜਿਹੜਾ ਰਾਜ ਕਰੇਗਾ ਖਾਲਸਾ ਦਾ ਸੰਕਲਪ ਗੁਰੂ ਸਾਹਿਬ ਦੇ ਕੇ ਗਏ ਹੈ। ਕੌਮ ਇਕੱਤਰ ਹੋਏਗੀ, ਜ਼ਰੂਰ ਇਕੱਤਰ ਹੋਏਗੀ, ਇਹ ਬੇਨਤੀਆਂ ਕਰਨ ਨਾਲ ਨਹੀਂ। ਤੇ ਜਦੋਂ ਭਾਈ ਜਲਾਲਤ ਦਾ ਟੋਕਰਾ ਸਿਰ ਤੇ ਡਿੱਗ ਪਿਆ ਕੇ ਤੇ ਉਦੋਂ ਸਾਰੇ ਭਜਣਗੇ ਗੁਰੂ ਵੱਲ ਨੂੰ, ਉਦੋਂ ਕਹਿਣਗੇ ਸਾਨੂੰ ਗੁਰੂ ਸਾਹਿਬ ਦੀ ਚਰਨ ਸ਼ਰਨ ਪ੍ਰਾਪਤ ਹੋ ਜਾਵੇ, ਗੁਰੂ ਸਾਹਿਬ ਦਾ ਓਟ ਆਸਰਾ ਸਾਨੂੰ ਪ੍ਰਾਪਤ ਹੋ ਜਾਵੇ। ਗਰੀਬ ਨਵਾਜ਼ ਫੇਰ ਵੀ ਬਿਰਦਬਾਣੀ ਦੀ ਲਾਜ ਰੱਖਣਗੇ, ਪਰ ਉਦੋਂ ਤੱਕ ਖੁਆਰ ਹੋਏ ਸਭ ਮਿਲਣਗੇ, ਬੱਚੇ ਸ਼ਰਨ ਜੋ ਹੋਏ ਜਿਹੜੇ ਬਚਣਗੇ ਉਹੀ ਗੁਰੂ ਦੀ ਸ਼ਰਨ ਦੇ ਵਿੱਚ ਆਉਣਗੇ। ਗੁਰੂ ਸਾਹਿਬ ਕਿਰਪਾ ਕਰਨਗੇ, ਕੌਮ ਨੂੰ ਖਾਲਸਾ ਰਾਜ ਦੀ ਵੀ ਪ੍ਰਾਪਤੀ ਹੋਏਗੀ। ਔਰ ਕੌਮ ਸਿੱਖ ਕੌਮ ਜਿਹੜੀ ਅੱਜ ਜਲਾਲਤ ਸਾਨੂੰ ਹਿੰਦ ਦੀ ਸਰਕਾਰ ਵੱਲੋਂ ਮਿਲ ਰਹੀ ਹੈ, ਵਿਦੇਸ਼ਾਂ ਦੇ ਵਿੱਚ ਵੀ ਬਹੁਤ ਜਗ੍ਹਾ ਤੇ ਮਿਲ ਰਹੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ, ਆਪਣੇ ਖਾਲਸੇ ਦੇ ਸਿਰ ਤੇ ਹੱਥ ਰੱਖਣਗੇ। ਇਹਨਾਂ ਲੋਕਾਂ ਦੀਆਂ ਐਸੀਆਂ ਨੀਤੀਆਂ ਨੇ ਪਿਆਰਿਓ ਭਾਰਤ ਦੀ ਸਰਕਾਰ ਦੀਆਂ। ਸਾਡੇ ਇੱਥੇ ਬਹੁਤ ਸਾਰੇ ਗੁਰੂ ਘਰ ਆਏ ਸੀ ਨੇ ਜਿੱਥੇ ਕਥਾ ਕੀਰਤਨ ਵੀ ਬੰਦ ਕਰਵਾਤਾ, ਜਿੱਥੇ ਹੋਟਲਾਂ ਵਾਲਾ ਵਰਤਾਵ ਚੱਲਣ ਡਿਆ, ਜਿੱਥੇ ਮਨਮਰਜ਼ੀਆਂ ਚੱਲਣ ਡਈਆਂ ਨੇ, ਜਿੱਥੇ ਬਦਮਾਸ਼ੀਆਂ ਚੱਲਣ ਡਈਆਂ ਨੇ ਪੂਰੀਆਂ। ਇਹੋ ਜਿਹੇ ਹਾਲਾਤ ਬਣਾਤੇ ਵੀ ਕਿਸੇ ਸਿੱਖ ਨੂੰ ਨਹੀਂ ਬੋਲਣ ਦੇਣਾ, ਸਿੱਖ ਕੋਈ ਗੱਲਬਾਤ ਨਾ ਕਰੇ ਇੱਥੇ ਆ ਕੇ। ਇਹੋ ਜਿਹੇ ਹਾਲਾਤ ਬਣਾਤੇ। ਬੇਨਤੀ ਹੈ ਕੌਮ ਦੀ ਜਵਾਨੀ ਮੂਹਰੇ, ਅੰਮ੍ਰਿਤਧਾਰੀ ਹੋਵੋ, ਗੁਰੂ ਵਾਲੇ ਬਣੋ, ਸਿਰਾਂ ਤੇ ਦਮਾਲੇ ਸਜਾਓ, ਚੜ੍ਹਦੀ ਕਲਾ ਦੇ ਵਿੱਚ ਰਹੋ, ਸ਼ਾਸਤਰਧਾਰੀ ਹੋ ਕੇ ਰਹੋ। ਤੇ ਜੇ ਪਿਆਰਿਓ ਭੇਡਾਂ ਦੇ ਵਿੱਚ ਰਹਾਂਗੇ ਰਲ ਕੇ, ਭਾਵੇਂ ਸ਼ੇਰ ਦੇ ਬੱਚੇ ਹੀ ਹੈ, ਸਾਨੂੰ ਕਿਸੇ ਨੇ ਸ਼ੇਰ ਨਹੀਂ ਕਹਿਣਾ, ਅਸੀਂ ਭੇਡਾਂ ਬਣ ਕੇ ਰਹਾਂਗੇ। ਤੇ ਜੇ ਅਸੀਂ ਨਜ਼ਾਰਾ ਖਾਲਸਾ ਰਹਾਂਗੇ ਬਣ ਕੇ, ਗੁਰੂ ਸਾਹਿਬ ਵੱਲੋਂ ਸਾਡਾ ਮੁੱਖ ਹੋਏਗਾ, ਫਿਰ ਗੁਰੂ ਸਾਹਿਬ ਵੀ ਸੀਸ ਤੇ ਸਾਡੇ ਹੱਥ ਰੱਖਣਗੇ, ਸਾਡੇ ਕੋਈ ਕੰਡ ਨਹੀਂ ਲਵਾ ਸਕਦਾ। ਫਿਰ ਪਿਆਰਿਓ ਰਾਜ ਖਾਲਸਾ ਵੀ ਤੁਹਾਡੇ ਕੋਲ ਆ ਜਾਏਗਾ, ਬਰਕਤਾਂ ਵੀ ਸਾਡੀਆਂ ਸਾਰੀਆਂ ਤੁਹਾਡੇ ਕੋਲ ਰਹਿਣਗੀਆਂ। ਤੁਹਾਡੇ ਉੱਤੇ ਕੋਈ ਅਟੈਕ ਨਹੀਂ ਕਰੇਗਾ, ਤੁਹਾਡੇ ਤਖਤਾਂ ਤੇ ਅਟੈਕ ਨਹੀਂ ਕਰੇਗਾ। ਜਦੋਂ ਅਸੀਂ ਗੁਰੂ ਵੱਲੋਂ ਪਿੱਠ ਕੀਤੀ ਹੈ, ਦੁਨੀਆ ਵੱਲੋਂ ਮੂੰਹ ਕੀਤਾ, ਫਿਰ ਭਾਈ ਗੁਰੂ ਸਾਹਿਬ ਦੀ ਬਖਸ਼ਿਸ਼ ਕਦਾਚਿਤ ਨਹੀਂ ਹੋ ਸਕਦੀ। ਗੁਰੂ ਵਾਲੇ ਬਣੋ, ਨਾਮ ਜਪੋ, ਬਾਣੀ ਬਣ ਚ ਪਰਪੱਕ ਹੋਵੋ, ਚੜ੍ਹਦੀ ਕਲਾ ਵਿੱਚ ਰਹੋ। ਗੁਰਸਿੱਖ ਦਾ ਬੁਰਾ ਨਾ ਕਰੋ, ਹਰ ਗੁਰਸਿੱਖ ਨਾਲ ਪਿਆਰ ਕਰੋ। ਹਾਂ ਜੇ ਕੋਈ ਗਲਤ ਰਸਤੇ ਚੱਲਦਾ ਭਾਈ, ਜੇ ਕਿਸੇ ਦੇ ਵਿੱਚ ਕੋਈ ਕਮੀ ਪੇਸ਼ੀ ਹੈ, ਉਹ ਰਲ ਮਿਲ ਕੇ ਵਿਚਾਰ ਵਟਾਂਦਰਾ ਕਰਕੇ ਆਪਣੇ ਦੂਰ ਕਰਕੇ ਕੌਮ ਪ੍ਰਸਤ ਬਣੋ, ਧਰਮ ਪ੍ਰਸਤ ਬਣੋ। ਆਪਣੀ ਕੌਮ ਦੇ ਨਾਲ ਖੜੋ, ਕੌਮ ਦੇ ਹੱਕਾਂ ਦੀ ਗੱਲਬਾਤ ਕਰੋ, ਕੌਮ ਲਈ ਲੜੋ। ਕੌਮ ਲਈ ਲੜਨ ਵਾਲਾ, ਗੁਰੂ ਲਈ ਲੜਨ ਵਾਲਾ ਭਾਈ ਉਹ ਗੁਰੂ ਕਾ ਲਾਲ ਸ਼ਹੀਦ ਕਹਾਉਂਦਾ ਹੈ। ਆਪਣੇ ਨਿੱਜੀ ਹੱਕਾਂ ਲਈ ਲੜਨ ਵਾਲਾ, ਕਿਸੇ ਦੇ ਸਿਰ ਚੜ੍ਹ ਕੇ ਮਰਨ ਵਾਲਾ ਸ਼ਹੀਦ ਨਹੀਂ ਕਹਾਉਂਦਾ। ਇਸ ਕਰਕੇ ਸੱਚੇ ਪਾਤਸ਼ਾਹ ਮਿਹਰ ਕਰਨ, ਸਾਡੀ ਕੌਮ ਦੀ ਜਵਾਨੀ ਨੂੰ ਜਾਗਰਤੀ ਆਵੇ, ਅੰਮ੍ਰਿਤਧਾਰੀ ਹੋਣ, ਬਾਣੀ ਬਾਣੇ ਦੇ ਧਾਰਨੀ ਹੋਣ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਔਰ ਸਾਡੀ ਕੌਮ ਤੇ ਮਿਹਰ ਕਰਨ, ਕੌਮ ਨੂੰ ਚੜ੍ਹਦੀਆਂ ਕਲਾ ਬਖਸ਼ਣ, ਖਾਲਸਾ ਰਾਜ ਦੀ ਪ੍ਰਾਪਤੀ ਹੋਵੇ। ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਅੱਗੇ ਅਰਦਾਸਾਂ ਬੇਨਤੀਆਂ ਹਨ। ਭਾਈ ਕੌਮ ਦੇ ਵਿੱਚ ਏਕਤਾ ਇਤਫਾਕ ਹੋਵੇ, ਖਾਲਸੇ ਕੇ ਬੋਲ ਵਾਲੇ ਹੁਣ, ਖਾਲਸਾ ਰਾਜ ਦੀ ਕੌਮ ਨੂੰ ਪ੍ਰਾਪਤੀ ਹੋਵੇ, ਜਿਹਦੇ ਕਰਕੇ ਸਾਰਾ ਸੰਸਾਰ ਸੁਖੀ ਵਸ ਸਕੇ। ਭੁੱਲ ਚੁੱਕ ਦੀ ਖਿਮਾ ਬਖਸ਼ਿਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।